बड़े लंबे टाइम तो पराली का मुद्दा बड़ा ज्यों दी त्यों खड़ा है जी। कहा जा रहा है कि पराली नाल प्रदूषण होंदा है, पराली नाल जिहड़ा वातावरण आ वो दूषित हो रहा है। तो सरकारां फिर हल करन दी भी गल्लां करदियां ने, सबसिडी दित्ती जा रही है किसानां नूं ते होर बहुत गल्लां कीतियां जांदियां ने। ते कहा जा रहा है सख्ती भी पूरी है जी, 10,000 मुलाजम ने जिहड़े वो लगा दित्ते गए ने, पूरी सख्त आ सरकार। इस नूं किस तरह देखदी? सरकार कहती आ भी जंगी पੱਧਰ ਤੇ ਅਸੀਂ जंग आ साडी ਇਹ पढ़ाई ਦੇ ਪ੍ਰਤੀ। सरकार कहती ਅਸੀਂ 10,000 ਮੁਲਾਜ਼ਮ ਲਾਉਣੇ ਆ। ਜੇ ਸਾਡੇ ਮੁਲਾਜ਼ਮ ਘਟ ਗਏ ਤਾਂ BSc ਦੇ ਜਿਹੜੇ ਸਟੂਡੈਂਟ ਨੇ ਸਾਡੇ ਹੀ ਬੱਚੇ ਉਹ ਸਾਡੇ ਉਲਟ ਖੜੇ ਕਰਨੇ ਆ। ਉਹਨਾਂ ਨੂੰ ਦੱਸਣਾ ਵੀ ਇਹ ਕਿਸਾਨ ਵਾਤਾਵਰਣ ਪ੍ਰੇਮੀ ਨਹੀਂ, ਵਾਤਾਵਰਣ ਦੋਸ਼ੀ ਆ। ਇਹ ਸਾਬਤ ਕਰਨ ਲੱਗੀ ਹੋਈ ਹੈ ਸਰਕਾਰ। ਕਦੀ ਮਖੌਲ ਬਣਾ ਕੇ ਸਾਨੂੰ ਕਟਰ ਦਵਾ ਦਿੰਦੀ ਆ। ਹੁਣ ਕਹਿੰਦੇ ਆ ਵੀ ਹੋਰ ਸੰਦ ਲੈ ਲਓ, ਵੀ ਆ ਇਹ ਨਹੀਂ ਲੋਟ ਹੈਗਾ, ਹੁਣ ਰੂਟਾਵੇਟਰ ਨਾਲ ਬੀਜ ਲਓ। ਰੂਟਾਵੇਟਰ ਸਬਸਿਡੀ ਦੇ ਦਿੱਤੀਆਂ, ਰੂਟਾਵੇਟਰ ਜੋ ਖਰੀਦ ਕੇ ਰੱਖ ਲਏ, ਲੋਹਾ ਇਕੱਠਾ ਕਰ ਲਿਆ। ਹੁਣ ਕਹਿੰਦੇ ਨਹੀਂ ਇਹਦੇ ਨਾਲ ਨਹੀਂ, ਹੁਣ ਸੁਪਰ ਸੀਡਰ ਖਰੀਦੋ, ਪਰਾਲੀ ਵਾਲੀ ਗੱਠਾਂ ਖਰੀਦੋ। ਕਿਹੜੀ ਇੰਡਸਟਰੀ ਨੂੰ ਉੱਥੇ ਉਦਯੋਗ ਕਰਕੇ ਇੱਥੇ ਲਾਇਆ ਵੀ ਇਹ ਪਰਾਲੀ ਉੱਥੇ ਜਾ ਸਕੇ? ਕੋਈ ਪ੍ਰਬੰਧ ਤਾਂ ਦੱਸੇ ਨਾ ਸਰਕਾਰ ਵੀ ਕੀ ਪ੍ਰਬੰਧ ਕੀਤਾ। ਆ ਮੀਂਹ ਇਹੋ ਜਿਹਾ ਕਾਰਨ ਹੋ ਗਿਆ, ਇੱਕ ਆਹੀ ਇਕੱਲੇ ਅੱਜ ਜਿਹੜਾ ਮੀਂਹ ਪਿਆ ਇਹਦਾ ਹੀ ਕਾਰਨ ਲੱਭੀ। ਜਿਹੜਾ ਕਿਸਾਨੀ ਜਾਣਦੇ ਆ, ਮੇਰੀ ਗੱਲ ਸਮਝਦੇ ਹੋਣਗੇ, ਆਉਣ ਵਾਲੇ ਸਮੇਂ 'ਚ ਖੇਤ ਤਿਆਰ ਕਰਨੇ ਔਖੇ ਹੋ ਜਾਣੇ ਆ। ਕਿਹਾ ਗਿਆ ਸੀਗਾ ਕਿ ਕਿਸਾਨ ਨੂੰ 2500 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ। 1500 ਰੁਪਈਆ ਸੈਂਟਰ, 500 ਦਿੱਲੀ ਤੇ 500 ਪੰਜਾਬ ਸਰਕਾਰ। ਸੈਂਟਰ ਸਰਕਾਰ ਨੇ ਪੱਲਾ ਝਾੜਤਾ ਜੀ, ਤੇ ਹੁਣ ਪੰਜਾਬ ਸਰਕਾਰ ਵੀ ਉਹ ਗੱਲਾਂ ਤੋਂ ਭੱਜਦੀ ਨਜ਼ਰ ਆ ਰਹੀ ਆ। ਤੇ ਕਿੱਧਰ ਨੂੰ ਜਾਊਗਾ ਕਿਸਾਨ? ਇਹ ਸਿਰਫ ਸਾਡਾ ਮਾਨਸਿਕਤਾ ਖਰਾਬ ਕਰਨ ਨੂੰ, ਸਾਡਾ ਮਾਨਸਿਕ ਸੰਤੁਲਨ ਖਰਾਬ ਕਰਨ ਨੂੰ ਕੀਤਾ ਗਿਆ। ਅਸੀਂ ਵਾਤਾਵਰਨ ਦੋਸ਼ੀ ਨਹੀਂ ਹੈ, ਵਾਤਾਵਰਨ ਪ੍ਰੇਮੀ ਆ। ਅਸੀਂ ਨਹੀਂ ਅੱਗ ਲਾਉਣਾ ਚਾਹੁੰਦੇ। ਮਜਬੂਰੀ ਸਾਡੇ ਚੜੇ ਕਰਜ਼ੇ, ਸਾਡੀ ਜਿਹੜੀ ਕਾਸ਼ਤਕਾਰੀ ਛੋਟੀ, ਉਹ ਬਹੁਤ ਵੱਡੀ ਮਜਬੂਰੀ ਇਹਦੇ ਆੜ 'ਚ ਆਈ ਹੋਈ ਆ। ਤੇ ਸੋਸ਼ਲ ਮੀਡੀਆ ਤੇ ਕਾਫੀ ਵਿਦਵਾਨ ਬੈਠੇ ਨੇ ਜੀ, ਉਹ ਤਾਂ ਕਹਿੰਦੇ ਕਰਜ਼ੇ ਵੀ ਤੁਸੀਂ ਆਪੇ ਚਾੜੇ ਨੇ। ਜਦੋਂ ਕਰਜ਼ੇ ਚੜ੍ਹਦੇ ਨੇ ਫਿਰ ਤੁਸੀਂ ਧਰਨੇ ਲਾਉਣ ਭੱਜ ਲੈਂਦੇ ਹੋ, ਸੜਕਾਂ ਰੋਕ ਲੈਂਦੇ ਹੋ, ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਵੀ ਕਿਸਾਨ ਹੁਣ ਸਕੂਟਰ ਲੈ ਲਿਆ ਜਾਂ ਕਿਸਾਨ ਦੇ ਮੁੰਡੇ ਨੇ ਮੋਟਰਸਾਈਕਲ ਲੈ ਲਿਆ ਤੇ ਉਹਨੇ ਦੇਸ਼ ਦਰੋਹੀ ਕੰਮ ਕਰ ਲਿਆ, ਉਹ ਤਾਂ ਲਊਗਾ ਹੀ। ਉਹ ਵੀ ਇਸ ਦਰਗ 'ਚ ਰਹਿੰਦਾ, ਉਹ ਵੀ ਕਾਰ ਲਊਗਾ, ਉਹ ਵੀ ਘਰੇ ਪੱਖਾ ਕੂਲਰ ਲਾਊਗਾ। ਉਹ ਵੀ ਸਾਧਨ ਚਾਹੁੰਦਾ, ਜਿਹੜੇ ਲੋਕਾਂ ਨੂੰ ਸਾਧਨ ਮਿਲੇ ਨੇ ਉਹ ਵੀ ਆਪਣੇ ਘਰ ਦੇਖਣਾ ਚਾਹੁੰਦਾ। ਤੇ ਉਹ ਸਾਧਨ ਜੇ ਪੂਰੇ ਕਰਦਾ, ਜੇ ਆਪਦੀ ਬੱਚੀ ਦਾ ਕੋਈ ਵਿਆਹ ਕਰਦਾ, ਉਹ ਇਹਨਾਂ ਨੂੰ ਚਾਹੁੰਦਾ ਪਿਆ। ਦੋਸ਼ ਲਾਉਣ ਤੋਂ ਬਾਅਦ ਵੀ ਪਿਛਲੀ ਸਰਕਾਰ 'ਤੇ ਦੋਸ਼ ਲਾਇਆ ਸੀ ਇਹ ਸਰਕਾਰ ਨੇ ਵੀ ਉਹ ਘਪਲਾ ਕਰਕੇ ਸਬਸਿਡੀਆਂ 'ਚ, ਤੇ ਫੜਿਆ ਕਿਸੇ ਨੂੰ? ਕੋਈ ਕੱਢਿਆ ਇਹਨਾਂ ਨੇ? ਤੁਸੀਂ ਕਹਿ ਰਹੇ ਹੋ ਜੀ ਘਪਲਾ ਹੈ, ਪਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਆਮ ਘਰਾਂ 'ਚੋਂ ਆ, ਕਿਸਾਨ ਦਾ ਪੁੱਤ ਹੈ, ਕਿਸਾਨੀ ਨਾਲ ਜੁੜੇ ਹੋਏ ਆ। ਉਹ ਕਹਿੰਦੇ ਅਸੀਂ ਤਾਂ ਕਿਸਾਨੀ ਨੂੰ ਪ੍ਰੇਮ ਹੀ ਬਹੁਤ ਕਰਦੇ ਹਾਂ ਜੀ। ਕੱਲ੍ਹ ਕਿਸਾਨੀ ਦਾ ਮੇਲੇ 'ਚ ਪ੍ਰੇਮ ਦਿਖ ਗਿਆ। ਕਿਸਾਨਾਂ ਨੂੰ ਬਾਹਰ ਖੜਾ ਕਰਕੇ ਦਰਵਾਜ਼ਾ ਲਾ ਕੇ ਕੱਲੇ VIP ਕਲਚਰ, ਜਿਹੜੀਆਂ ਉਹ ਕਰੋੜ ਵਾਲੀਆਂ ਗੱਡੀਆਂ, ਪਿਛਲਾ ਮੰਤਰੀ ਕਹਿੰਦਾ ਸੀ ਵੱਡੇ ਕਮਰੇ ਵਾਲੀਆਂ ਸੀ, ਉਹ 3-4 ਆਈਆਂ, ਅੰਦਰ ਵੜ ਗਈਆਂ, ਸਭ ਕਿਸਾਨ ਬਾਹਰ ਸੀ। ਪਹਿਲਾਂ ਜਦੋਂ ਮੁੱਖ ਮੰਤਰੀ ਨਹੀਂ ਸੀਗੇ, ਉਹ ਕਹਿੰਦੇ ਸੀਗੇ ਜਿਨ੍ਹਾਂ ਨੂੰ ਖਤਰਾ ਉਹ ਮੁਰਗੀ ਫਾਰਮ ਖੋਲ੍ਹ ਲਓ, ਮੁਰਗੀ ਖਾਨੇ ਖੋਲ੍ਹ ਲਓ, ਰਾਜਨੀਤੀ ਛੱਡ ਦਿਓ। ਤੇ ਹੁਣ ਉਹਨਾਂ ਨੂੰ ਦੇਖ ਕੇ ਕਿੱਦਾਂ ਕੀ ਕਹੇਂਗੇ? ਸਤਿ ਸ਼੍ਰੀ ਅਕਾਲ ਜੀ, ਤੁਸੀਂ ਪੰਜਾਬੀ ਲੋਕ ਚੈਨਲ ਦੇਖ ਰਹੇ ਹੋ। ਮੈਂ ਮਨਵਿੰਦਰ ਸਿੰਘ ਟਿਵਾਣਾ। ਅੱਜ ਨਾਭਾ ਦੀ ਸਬ ਤਹਿਸੀਲ ਭਾਸੋਂ ਦੇ ਵਿੱਚ ਇੱਕ ਕਿਸਾਨ ਕਾਨਫਰੰਸ ਕੀਤੀ ਗਈ ਹੈ, ਜਿਸ ਵਿੱਚ ਵਿਸ਼ੇਸ਼ ਤੌਰ ਤੇ ਕਿਸਾਨ ਆਗੂ ਨੇ ਜਿਹੜੇ ਹਰਮੀਤ ਸਿੰਘ ਕਾਦੀਆਂ ਜੀ ਪਹੁੰਚੇ ਨੇ। ਕਾਦੀਆਂ ਜਥੇਬੰਦੀ ਵੱਲੋਂ ਇੱਥੇ ਵੱਡਾ ਇਕੱਠ ਰੱਖਿਆ ਗਿਆ ਹੈ। ਸਾਡੇ ਨਾਲ ਨੇ, ਉਹਨਾਂ ਨਾਲ ਗੱਲ ਕਰਦੇ ਹਾਂ, ਕਿਉਂਕਿ ਕਿਸਾਨੀ ਦੇ ਜਿਹੜੇ ਮੁੱਦੇ ਨੇ ਉਹ ਬੜੇ ਲੰਮੇ ਟਾਈਮ ਤੋਂ ਜਿਉਂ ਦੀ ਤਿਉਂ ਪਏ ਨੇ। ਸਰਕਾਰਾਂ ਵਾਅਦੇ ਤਾਂ ਬੜੇ ਕਰਦੀਆਂ ਨੇ, ਬੜੇ ਐਲਾਨ ਤਾਂ ਕਰਦੀਆਂ ਨੇ, ਪਰ ਹੱਲ ਕੋਈ ਨਹੀਂ ਹੁੰਦਾ। ਗੱਲ ਕਰਦੇ ਹਾਂ। ਹਾਂਜੀ ਕਾਦੀਆਂ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਜਿਹੜੀ ਕਾਨਫਰੰਸ ਰੱਖੀ ਗਈ ਹੈ ਜੀ, ਕਿਸਾਨ ਕਾਨਫਰੰਸ, ਇਹਦੇ ਬਾਰੇ ਦੱਸੇਂਗੇ? ਇਹ ਇੱਕ ਲੜੀਵਾਰ ਸਾਡੀ ਕਾਨਫਰੰਸਾਂ ਚੱਲ ਰਹੀਆਂ ਨੇ। ਇੱਕ ਮੀਟਿੰਗ ਦੇ ਰੂਪ 'ਚ, ਇੱਕ ਸੈਮੀਨਾਰ ਦੇ ਰੂਪ 'ਚ, ਇੱਕ ਸਿਖਲਾਈ ਦੇ ਰੂਪ। ਜਿਹੜਾ ਪਿਛਲੇ ਟਾਈਮ ਅਸੀਂ ਕੋਈ ਜਥੇਬੰਦੀ ਨੇ ਕਾਮਯਾਬੀ ਕੀਤੀਆਂ ਨੇ ਉਹ ਵਿਚਾਰੇ ਜਾਣ, ਜਾਂ ਜਿੱਥੇ ਕਮੀਆਂ ਰਹਿ ਗਈਆਂ ਸਾਡੀ ਲੜਾਈ ਦੇ ਵਿੱਚ ਉਹ ਵਿਚਾਰੀ ਜਾਣ। ਤੇ ਆਉਣ ਵਾਲੀਆਂ ਜਿਹੜੀਆਂ ਮੁਸੀਬਤਾਂ ਨੇ ਕਿਸਾਨਾਂ ਦੇ ਉੱਤੇ, ਉਹਦੇ ਬਾਰੇ ਵਿਚਾਰ ਕਰਕੇ ਇੱਕ ਪਾਈਪਲਾਈਨ, ਇੱਕ ਮਾਈਂਡ ਸੈਟਅਪ ਤਿਆਰ ਕੀਤਾ ਜਾਵੇ ਅਗਲੀ ਲੜਾਈ ਵਾਸਤੇ। ਇਹ ਸਾਰੇ ਪੰਜਾਬ ਦੇ ਵਿੱਚੋਂ ਕਾਨਫਰੰਸਾਂ ਦੇ ਵਿੱਚੋਂ ਇੱਕ ਐਪੀਸੋਡ ਆ, ਇੱਕ ਪਟਿਆਲੇ ਹੋ ਰਹੀ ਹੈ ਇੱਥੇ ਜੀ। ਜੇ ਦੇਖਿਆ ਜਾਵੇ ਬੜੇ ਲੰਮੇ ਟਾਈਮ ਤੋਂ ਪਰਾਲੀ ਦਾ ਮੁੱਦਾ ਬੜਾ ਜਿਉਂ ਦੀ ਤਿਉਂ ਖੜਾ ਹੈ ਜੀ। ਕਿਹਾ ਜਾ ਰਿਹਾ ਹੈ ਕਿ ਪਰਾਲੀ ਨਾਲ ਪ੍ਰਦੂਸ਼ਣ ਹੁੰਦਾ ਹੈ, ਪਰਾਲੀ ਨਾਲ ਜਿਹੜਾ ਵਾਤਾਵਰਨ ਆ ਉਹ ਦੂਸ਼ਿਤ ਹੋ ਰਿਹਾ ਹੈ। ਤੇ ਸਰਕਾਰਾਂ ਫਿਰ ਹੱਲ ਕਰਨ ਦੀਆਂ ਵੀ ਗੱਲਾਂ ਕਰਦੀਆਂ ਨੇ, ਸਬਸਿਡੀ ਦਿੱਤੀ ਜਾ ਰਹੀ ਹੈ ਕਿਸਾਨਾਂ ਨੂੰ, ਤੇ ਹੋਰ ਬਹੁਤ ਗੱਲਾਂ ਕੀਤੀਆਂ ਜਾਂਦੀਆਂ ਨੇ। ਤੇ ਕਿਹਾ ਜਾ ਰਿਹਾ ਸਖਤੀ ਵੀ ਪੂਰੀ ਹੈ ਜੀ, 10,000 ਮੁਲਾਜ਼ਮ ਨੇ ਜਿਹੜੇ ਉਹ ਲਗਾ ਦਿੱਤੇ ਗਏ ਨੇ, ਪੂਰੀ ਸਖਤ ਆ ਸਰਕਾਰ। ਇਸ ਨੂੰ ਕਿਸ ਤਰ੍ਹਾਂ ਦੇਖਦੀ? ਦੇਖੋ ਜੇ ਇਹਦੀ ਆਪਾਂ ਸਰਕਾਰ ਵੱਲੋਂ ਲਿਖੀਏ, ਹੁਣ ਸਰਕਾਰ ਕਹਿੰਦੀ ਹੈ ਰੈੱਡ ਲਾਈਨ ਲਾ ਦਾਂਗੇ। ਸਰਕਾਰ ਕਹਿੰਦੀ ਆ ਵੀ ਜੰਗੀ ਪੱਧਰ 'ਤੇ ਅਸੀਂ ਜੰਗ ਆ ਸਾਡੀ ਇਹ ਪੜ੍ਹਾਈ ਦੇ ਪ੍ਰਤੀ। ਸਰਕਾਰ ਕਹਿੰਦੀ ਅਸੀਂ 10,000 ਮੁਲਾਜ਼ਮ ਲਾਉਣੇ ਆ। ਜੇ ਸਾਡੇ ਮੁਲਾਜ਼ਮ ਘਟ ਗਏ ਤਾਂ BSc ਦੇ ਜਿਹੜੇ ਸਟੂਡੈਂਟ ਨੇ ਸਾਡੇ ਹੀ ਬੱਚੇ ਉਹ ਸਾਡੇ ਉਲਟ ਖੜੇ ਕਰਨੇ ਆ। ਉਹਨਾਂ ਨੂੰ ਦੱਸਣਾ ਵੀ ਇਹ ਕਿਸਾਨ ਵਾਤਾਵਰਣ ਪ੍ਰੇਮੀ ਨਹੀਂ, ਵਾਤਾਵਰਣ ਦੋਸ਼ੀ ਆ। ਇਹ ਸਾਬਤ ਕਰਨ ਲੱਗੀ ਹੋਈ ਹੈ ਸਰਕਾਰ, ਹੋਰ ਕੁਝ ਨਹੀਂ ਸਾਬਤ ਕਰਨ ਲੱਗੀ ਹੋਈ। ਸਰਕਾਰ ਨੂੰ ਚਾਹੀਦਾ 98 ਦੀ PAU ਦੀ ਕਿਤਾਬ ਚੱਕ ਲੈਣ,
ਜਿਹਦੇ 'ਚ ਇਹਨਾਂ ਨੇ ਲਿਖ ਕੇ ਦਿੱਤਾ ਸੀ ਵੀ ਕਟਰ ਖਰੀਦੋ, ਕਿਉਂਕਿ ਉਦੋਂ ਸਾਡੇ ਫੰਗਸ ਪਈ ਸੀ, ਬਲਾਈਟ ਬਲਾਸਟ ਬਹੁਤ ਪੈਣ ਲੱਗ ਗਿਆ ਸੀ ਝੋਨੇ 'ਚ। ਉਦੋਂ ਉਹਨਾਂ ਨੇ ਰਿਕਮੈਂਡ ਕੀਤਾ ਵੀ ਕਟਰ ਮਾਰੋ ਤੇ ਪਰਾਲੀ ਨੂੰ ਅੱਗ ਲਾਓ, ਇਹ ਤੋਂ ਬਗੈਰ ਉੱਲੀ ਨਹੀਂ ਖਤਮ ਹੋਣੀ ਝੋਨੇ ਦੀ, ਨਹੀਂ ਅਗਲੀ ਵਾਰ ਤੁਹਾਡੇ ਫਸਲ ਨੂੰ ਪਊਗੀ। ਇਹ ਰਿਕਮੈਂਡੇਸ਼ਨ ਆ ਸਰਕਾਰ ਦੀ। ਕਦੀ ਮਖੌਲ ਬਣਾ ਕੇ ਸਾਨੂੰ ਕਟਰ ਦਵਾ ਦਿੰਦੀ ਆ, ਹੁਣ ਕਹਿੰਦੇ ਆ ਵੀ ਹੋਰ ਸੰਦ ਲੈ ਲਓ, ਵੀ ਆ ਇਹ ਨਹੀਂ ਲੋਟ ਹੈਗਾ, ਹੁਣ ਰੂਟਾਵੇਟਰ ਨਾਲ ਬੀਜ ਲਓ, ਰੂਟਾਵੇਟਰ ਸਬਸਿਡੀ ਦੇਤੀਆਂ, ਰੂਟਾਵੇਟਰ ਜਦੋਂ ਖਰੀਦ ਕੇ ਰੱਖ ਲਏ, ਲੋਹਾ ਇਕੱਠਾ ਕਰ ਲਿਆ, ਹੁਣ ਕਹਿੰਦੇ ਨਹੀਂ ਇਹਦੇ ਨਾਲ ਨਹੀਂ, ਹੁਣ ਸੁਪਰ ਸੀਡਰ ਖਰੀਦੋ, ਪਰਾਲੀ ਵਾਲੀ ਗੱਠਾਂ ਖਰੀਦੋ। ਆ ਵੀਰ ਵਰਗੇ ਫਿਰਦੇ ਬੈਠੇ ਆ ਜਿਨ੍ਹਾਂ ਨੇ ਪਰਾਲੀ ਦੀ ਗੱਠਾਂ ਖਰੀਦਣਾ 2020 'ਚ ਲਿੱਤੀਆਂ, ਉਹਨਾਂ ਨੂੰ ਸਬਸਿਡੀ ਦਾ ਆਂਸਰ ਦਿੱਤਾ ਗਿਆ ਵੀ ਸਬਸਿਡੀ ਭਰੋ, ਤੁਹਾਨੂੰ ਸਬਸਿਡੀ ਮਿਲੂਗੀ। 14 ਲੱਖ ਲਾ ਕੇ 2 3 ਟਰੈਕਟਰ ਲੱਗਦੇ ਗੱਠਾਂ ਵਾਲਿਆਂ ਨਾਲ, ਇੱਕ ਟਰੈਕਟਰ ਨਾਲ ਨਹੀਂ ਚੱਲਣਾ, ਮਗਰੋਂ ਚੱਕਣੀ ਵੀ ਆ, ਮਗਰੋਂ ਰੈਪਰ ਵੀ ਚੱਲਣਾ, 3-4 ਟਰੈਕਟਰ ਘੱਟੋ ਘੱਟ ਲੱਗਦੇ ਆ, ਬਾਕੀ ਟਰਾਲੀਆਂ ਵਾਲੇ ਲੱਗ। ਉਸ ਸੰਦ ਨੂੰ ਦੇ ਕੇ ਮੁੜ ਕੇ ਸਬਸਿਡੀ ਨਾ ਦੇਣੀ, ਉਹ ਕਿਵੇਂ ਉਤਸ਼ਾਹ ਹੋਣਗੇ ਕਿਸਾਨ? 2020 ਦੀ ਸਬਸਿਡੀ ਆਈ ਨਹੀਂ, ਉਹ ਅੱਗੇ ਜਾ ਕੇ ਕਿਵੇਂ ਉਤਸ਼ਾਹ ਹੋ ਜਾਣਗੇ? ਇਦਾਂ ਹੀ ਜਿਹੜੀਆਂ ਹੁਣ ਸਾਨੂੰ ਲੋਹਾ ਇਕੱਠਾ ਕਰ ਰਹੇ ਆ, ਇਹਨਾਂ ਦਾ ਕੀ ਪਤਾ ਸਾਲ 2 ਸਾਲ ਬਾਅਦ ਕਹਿੰਦੇ ਇਹ ਲੋਹਾ ਖਤਮ ਆ, ਹੁਣ ਅਗਲਾ ਖਰੀਦ ਲਓ। ਸਰਕਾਰ ਸਾਨੂੰ ਲੋਹਾ ਹੀ ਲੱਭ ਰਹੀ ਆ, ਇੰਡਸਟਰੀ ਵਾਲਿਆਂ ਨੂੰ ਹੀ ਅਮੀਰ ਕਰ ਰਹੀ ਆ, ਕੋਈ ਇਹਦਾ ਸਾਧਨ ਨਹੀਂ ਲੱਭ ਰਹੀ। ਇੱਕ ਸੌਖਾ ਸਾਧਨ ਆ ਵੀ ਇਹਨੂੰ ਕਟਰ ਮਾਰ ਕੇ ਪਰਾਲੀ ਇਕੱਠੀ ਕਰ ਲਓ, ਇਹਨੂੰ ਜਿੱਥੇ ਲੈ ਕੇ ਜਾਣਾ ਲੈ ਜਾਓ। ਇਹ ਪ੍ਰਬੰਧ ਸਰਕਾਰ ਨੇ ਕਰਨਾ ਸੀ। NGTV ਦੀ ਰਿਪੋਰਟ 'ਚ ਲਿਖਿਆ ਪੰਚਾਇਤਾਂ ਨੇ ਕਰਨਾ ਸੀ, ਰੱਖਣ ਨੂੰ ਥਾਂ ਦੇਣੀ ਪੰਚਾਇਤਾਂ ਨੇ। ਇਹ ਸਾਫ਼ ਰਿਪੋਰਟ ਦੇ ਵਿੱਚ ਆ 2015 ਵਾਲੀ ਰਿਪੋਰਟ 'ਚ। ਉਸ ਪਾਸੇ ਇੱਕ ਵੀ ਕੰਮ ਇੱਕ ਵੀ ਪੰਚਾਇਤ ਵੱਲੋਂ ਨਹੀਂ ਕੀਤਾ ਗਿਆ, ਤਾਂ ਸਰਕਾਰ ਵੱਲੋਂ ਕੀਤਾ ਗਿਆ। ਅੱਜ ਖੜੇ ਮੱਥੇ ਆ ਕੇ ਪਿਛਲੇ ਸਾਲਾਂ ਦੇ ਲੱਗੇ ਆ ਵੀ ਇਹ ਅੱਗ ਲਾ ਰਹੇ ਆ। ਇਹ ਸਾਬਤ ਕਰਨ 'ਚ ਨੈਸ਼ਨਲ ਜਿਹੜੇ ਇੰਟਰਨੈਸ਼ਨਲ ਅਖਬਾਰ ਛਪਦੇ ਨੇ ਉਹਨਾਂ 'ਚ ਲਿਖਿਆ ਗਿਆ ਵੀ ਇਹ 6% ਪਹਿਲਾਂ ਪੋਲਿਊਸ਼ਨ ਕਰਦੀ ਆ, 94% ਹੋਰ ਕਾਰਨ ਆ ਪੋਲਿਊਸ਼ਨ ਦੇ। ਜਦੋਂ ਦਿੱਲੀ ਦੇ ਵਿੱਚ ਧੂੰਆਂ ਆ ਜਾਂਦਾ ਉਹਦੇ ਕਾਰਨ ਲੱਭੇ ਜਾਂਦੇ ਹੁੰਦੇ ਸੀ, ਉਦੋਂ ਡਾਟਾ ਇਕੱਠੇ ਕੀਤੇ, ਉਹ ਡਾਟਾ ਸਾਡੇ ਕੋਲ ਨਹੀਂ, ਸਾਡੇ ਨਾਲ ਨਹੀਂ ਪੇੜ ਖਾਂਦੇ ਵੀ 94% ਵਾਲੇ ਨੂੰ ਪਹਿਲਾਂ ਟਾਈਟ ਕਰਨਾ ਚਾਹੀਦਾ ਤਾਂ 6% ਵਾਲੇ ਨੂੰ ਕਰਨਾ ਚਾਹੀਦਾ। ਹੁਣ ਜੇ ਇੱਥੇ ਪਰਾਲੀ ਦੀ ਗੱਲ ਕਰੀਏ ਅੱਜ ਦੀ ਜੋ ਸਰਕਾਰ ਨੇ ਕਰਦੀ ਆ, 70% ਤੋਂ ਉੱਪਰ ਛੋਟੀ ਕਿਸਾਨੀ ਆ, ਜਿਹਨੂੰ ਇਸ ਮਸ਼ੀਨਰੀ ਲੈ ਕੇ ਵਾਈਬਿਲਟੀ ਬਣ ਹੀ ਨਹੀਂ ਸਕਦੀ, ਕਿਸੇ ਲੋਟ ਵੀ ਨਹੀਂ ਉਹਨਾਂ ਦੇ ਲੋਟ ਆ ਸਕਦਾ। ਇਹ ਮਸ਼ੀਨਰੀ ਨੂੰ ਜਿਵੇਂ ਬੇਲਾਂ ਸੀਗੀਆਂ ਉਹ ਇਕੱਠੀਆਂ ਕਰਕੇ ਕੋਈ ਇੰਡਸਟਰੀ ਲਾਈ ਜਾਂਦੀ ਜਿੱਥੇ ਬੇਲਾਂ ਵਿਕਦੀਆਂ, ਜਿਵੇਂ ਤੂੜੀ ਵਾਲੀ ਮਸ਼ੀਨ ਬਣੀ ਸੀ ਤਾਂ ਤੂੜੀ ਵਿਕਣ ਲੱਗ ਗਈ ਸੀ, ਤੂੜੀ ਵਿਕਣ ਲੱਗ ਗਈ ਤਾਂ ਇੱਕ ਸਾਧਨ ਬਣ ਗਿਆ। ਸਾਨੂੰ ਵੀ ਸਹਾਇਕ ਧੰਦਾ ਬਣ ਜੇ ਵੀ ਇਹ ਪਰਾਲੀ ਜੇ ਇਕੱਠੀ ਕਰਕੇ ਕਿਤੇ ਭਾਅ ਵਿਕਦੀ ਹੋਵੇ, ਅੱਜ 500 ਰੁਪਏ ਕੁਇੰਟਲ ਵਿਕਦੀ ਹੋਵੇ, ਤੁਹਾਨੂੰ ਇੱਕ ਵੀ ਬਲਦੀ ਪਰਾਲੀ ਦਿਖ ਜੂ ਕਿਤੇ। ਅੱਜ ਤੂੜੀ ਦਿਖਦੀ ਆ ਬਲਦੀ ਕਿਤੇ, ਤੂੜੀ ਬਣਦੀ ਹੈ ਸਾਰੀ, ਸੰਭਾਲਦਾ ਜ਼ਮੀਂਦਾਰ। ਤੇ ਜਦੋਂ ਉਹ ਸਾਧਨ ਬਣਾਉਣੇ ਸੀ ਕੋਈ ਐਗਰੋ ਬੇਸਡ ਇੰਡਸਟਰੀ ਉਹਨਾਂ ਨੇ ਨਹੀਂ ਬਣਾਈ, ਉਹਦੇ ਤੋਂ ਲੱਕੜ ਦੇ ਗੁੱਲੇ ਬਣ ਸਕਦੇ ਆ ਪਰਾਲੀ ਤੋਂ, ਉਹਦੇ ਤੋਂ ਰਫ ਪੇਪਰ ਬਣ ਸਕਦੇ ਆ, ਜਿਹੜੇ ਆਪਾਂ ਪੈਕਿੰਗ ਪੇਪਰ ਲਿਫਾਫੇ ਬੰਦ ਕੀਤੇ ਆ ਹੁਣ ਇਹਨਾਂ ਨੇ, ਤਾਂ ਉਹਦੀ ਕੋਈ ਜਗ੍ਹਾ ਲਿਫਾਫਿਆਂ ਨੇ ਲੈਣੀ ਆ ਨਾ, ਤਾਂ ਉਹ ਪਰਾਲੀ ਦੇ ਲਿਫਾਫੇ ਪੇਪਰ ਬਣ ਕੇ ਬਣ ਸਕਦੀ ਆ। ਉਹ ਆਪਸ਼ਨ ਕਿੱਥੇ ਲਈ? ਕਿਹੜੀ ਇੰਡਸਟਰੀ ਨੂੰ ਉੱਥੇ ਉਦਯੋਗ ਕਰਕੇ ਇੱਥੇ ਲਾਇਆ ਵੀ ਇਹ ਪਰਾਲੀ ਉੱਥੇ ਜਾ ਸਕੇ? ਕੋਈ ਪ੍ਰਬੰਧ ਤਾਂ ਦੱਸੇ ਨਾ ਸਰਕਾਰ ਵੀ ਕੀ ਪ੍ਰਬੰਧ ਕੀਤਾ। ਹੁਣ ਜਦੋਂ ਇੱਕਦਮ ਲਾਇਆ ਜਾਊਗਾ, ਕਿਸਾਨ ਨਹੱਤਾ ਇਹਦੇ 'ਚ, ਕਿਸਾਨ ਦੀ ਮਜਬੂਰੀ ਬਣ ਜਾਣੀ ਆ। ਆਹ ਮੀਂਹ ਇਹੋ ਜਿਹਾ ਕਾਰਨ ਹੋ ਗਿਆ, ਇੱਕ ਆਹੀ ਇਕੱਲੇ ਅੱਜ ਜਿਹੜਾ ਮੀਂਹ ਪਿਆ ਇਹਦਾ ਹੀ ਕਾਰਨ ਲੱਭੀ, ਜਿਹੜਾ ਕਿਸਾਨੀ ਜਾਣਦੇ ਆ, ਮੇਰੀ ਗੱਲ ਸਮਝਦੇ ਹੋਣਗੇ, ਆਉਣ ਵਾਲੇ ਸਮੇਂ 'ਚ ਖੇਤ ਤਿਆਰ ਕਰਨੇ ਔਖੇ ਹੋ ਜਾਣੇ ਆ, ਕਮਾਈਨਾਂ ਚਲਾਉਣੀਆਂ ਔਖੀ ਹੋ ਜਾਂਦੀਆਂ ਨੇ। ਜੇ ਜ਼ਿਆਦਾ ਗਿੱਲ ਹੋ ਜੇ ਤਾਂ ਪਰਾਲੀ ਸੰਭਾਲਣ ਵਾਲੀ ਗੱਲ ਤਾਂ ਲੱਗ ਰਹੀ, ਉਹਨੂੰ ਖੇਤ ਤਿਆਰ ਕਰਨ ਦੀ ਭਾਜੜ ਹੋਊਗੀ, ਕਿਉਂਕਿ ਯੂਨੀਵਰਸਿਟੀ ਰਿਕਮੈਂਡ ਕਰਦੀ ਆ 25 ਅਕਤੂਬਰ ਤੋਂ ਲੈ ਕੇ 15 ਨਵੰਬਰ ਤੱਕ ਕਣਕ ਲਾਈ ਜਾਵੇ। ਜਿਹਨੇ ਆਲੂ ਲਾਉਣਾ ਉਹਦੇ ਵਾਸਤੇ ਤਾਂ ਬਹੁਤ ਵੱਡੀ ਮੁਸੀਬਤ ਖੜੀ ਹੋਊਗੀ, ਜਿਹਨੇ ਮਟਰ ਲਾਉਣਾ ਉਹਦੇ ਵਾਸਤੇ ਵੱਡੀ ਮੁਸੀਬਤ ਖੜੀ ਹੋਊਗੀ। ਇਸ ਮੁਸੀਬਤਾਂ ਨੂੰ ਤਾਂ ਨਾ ਦੇਖਦੇ ਹੋਏ ਇਕੱਲੇ ਜੰਗ ਦਾ ਐਲਾਨ ਪਰਾਲੀ 'ਤੇ ਕੀਤਾ ਹੋਇਆ। ਜੰਗ ਦਾ ਐਲਾਨ ਕਿਸਾਨ ਨੂੰ ਉੱਪਰ ਚੱਕਣ ਦੇ ਕਰੋ, ਸਾਥ ਦਿਓ। ਸਾਨੂੰ ਤੁਸੀਂ ਉਂਗਲੀ ਫੜਾਓ, ਅਸੀਂ ਪੂਰਾ ਹੱਥ ਬਣਾਵਾਂਗੇ, ਪੂਰਾ ਸਾਥ ਦੇਵਾਂਗੇ ਸਰਕਾਰ ਨਾਲ ਜੀ। ਕਿਹਾ ਗਿਆ ਸੀਗਾ ਕਿ ਕਿਸਾਨ ਨੂੰ 2500 ਰੁਪਏ ਏਕੜ ਦੇ ਹਿਸਾਬ ਨਾਲ ਮੁਆਵਜ਼ਾ ਦਿੱਤਾ ਜਾਵੇ, 1500 ਰੁਪਈਆ ਸੈਂਟਰ, 500 ਦਿੱਲੀ ਤੇ 500 ਪੰਜਾਬ ਸਰਕਾਰ। ਸੈਂਟਰ ਸਰਕਾਰ ਨੇ ਪੱਲਾ ਝਾੜਤਾ ਜੀ, ਤੇ ਹੁਣ ਪੰਜਾਬ ਸਰਕਾਰ ਵੀ ਉਹ ਗੱਲਾਂ ਤੋਂ ਭੱਜਦੀ ਨਜ਼ਰ ਆ ਰਹੀ ਆ। ਤੇ ਕਿੱਧਰ ਨੂੰ ਜਾਊਗਾ ਕਿਸਾਨ? ਕੱਲੀ ਪੰਜਾਬ ਸਰਕਾਰ ਨਹੀਂ ਭੱਜੀ, 500 ਰੁਪਏ ਦਿੱਲੀ ਸਰਕਾਰ ਨੇ ਵੀ ਦੇਣਾ ਸੀ, ਉਹ ਵੀ ਭੱਜ ਗਈ। ਤੇ ਇਹ ਸਿਰਫ ਸਾਡਾ ਮਾਨਸਿਕਤਾ ਖਰਾਬ ਕਰਨ ਨੂੰ, ਸਾਡਾ ਮਾਨਸਿਕ ਸੰਤੁਲਨ ਖਰਾਬ ਕਰਨ ਨੂੰ ਕੀਤਾ ਗਿਆ। 10-15 ਦਿਨ ਪਹਿਲਾਂ ਖਬਰਾਂ ਆ ਰਹੀਆਂ ਵੀ ਸਰਕਾਰ ਸਾਡੇ ਲਈ ਸੁਹਿਰਦ ਆ, ਸਾਡੇ 2500 ਦਾ ਪ੍ਰਬੰਧ ਕਰ ਰਹੀ ਆ। ਬੇਸ਼ੱਕ ਉਹ 500-500 ਇਕੱਠਾ ਕਰਕੇ ਇਧਰੋਂ ਦੇ ਰਹੀ ਆ, 1500 ਰੁਪਏ ਸੈਂਟਰਲ ਤੋਂ ਮੰਗ ਰਹੀ ਆ, ਤਾਂ ਕਿਸੇ ਨਾ ਕਿਸੇ ਕਿਸਾਨ ਨੂੰ ਦਿਲਵਾਸਾ ਸੀ ਵੀ ਇਹ 2500 ਆ ਜਾਣਗੇ ਤੇ ਆਪਣਾ ਪ੍ਰਬੰਧ ਚੱਲ ਆਪਾਂ ਕਿਤੇ ਕਿਸੇ ਪੈਸੇ ਤੋਂ ਕਿਰਾਏ ਤੇ ਕਰਾ ਲਾਂਗੇ। ਜੇ ਆਪਾਂ ਸੰਦ ਨਹੀਂ ਵੀ ਖਰੀਦਦੇ, ਜੇ ਆਪਣੇ ਕੋਲ 2500 ਆ ਜਾਂਦੇ ਆ ਤਾਂ ਆਪਾਂ ਕਿਰਾਏ ਤੋਂ ਕਰਾ ਲੈਂਦੇ ਆ। ਇੱਕ ਗੱਲ ਤੁਹਾਡੇ ਮੂਹਰੇ ਸਪਸ਼ਟ ਕਰਨਾ ਚਾਹੁੰਦਾ, ਅਸੀਂ ਵਾਤਾਵਰਨ ਦੋਸ਼ੀ ਨਹੀਂ ਹੈ, ਵਾਤਾਵਰਨ ਪ੍ਰੇਮੀ ਆ। ਅਸੀਂ ਨਹੀਂ ਅੱਗ ਲਾਉਣਾ ਚਾਹੁੰਦੇ, ਮਜਬੂਰੀ ਸਾਡੇ ਚੜੇ ਕਰਜ਼ੇ, ਸਾਡੀ ਜਿਹੜੀ ਕਾਸ਼ਤਕਾਰੀ ਛੋਟੀ, ਉਹ ਬਹੁਤ ਵੱਡੀ ਮਜਬੂਰੀ ਇਹਦੇ ਆੜ 'ਚ ਆਈ ਹੋਈ ਆ। ਉਹ ਇਸ ਪ੍ਰਬੰਧ ਨੂੰ ਬਿਨਾਂ ਸਹਾਇਤਾ ਤੋਂ ਨਹੀਂ ਕਰ ਸਕਦੀ ਜੀ। ਤੁਸੀਂ ਕਿਹਾ ਸਾਡੇ ਸਿਰ ਚੜੇ ਕਰਜ਼ੇ, ਤੇ ਸੋਸ਼ਲ ਮੀਡੀਆ ਤੇ ਕਾਫੀ ਵਿਦਵਾਨ ਬੈਠੇ ਨੇ ਜੀ, ਉਹ ਤਾਂ ਕਹਿੰਦੇ ਕਰਜ਼ੇ ਵੀ ਤੁਸੀਂ ਆਪੇ ਚਾੜੇ ਨੇ। ਜਦੋਂ ਕਰਜ਼ੇ ਚੜ੍ਹਦੇ ਨੇ ਫਿਰ ਤੁਸੀਂ ਧਰਨੇ ਲਾਉਣ ਭੱਜ ਲੈਂਦੇ ਹੋ, ਸੜਕਾਂ ਰੋਕ ਲੈਂਦੇ ਹੋ, ਆਮ ਲੋਕਾਂ ਨੂੰ ਪਰੇਸ਼ਾਨ ਕਰਦੇ ਹੋ। ਉਸ ਨੂੰ ਕਿਸ ਤਰ੍ਹਾਂ ਦੇਖਦੇ ਹੋ? 86 ਦੇ ਵਿੱਚ ਡਾਕਟਰ ਜੌਲ ਦੀ ਰਿਪੋਰਟ ਬਣੀ ਸੀ, ਅਸੀਂ ਤਾਂ ਨਹੀਂ ਬਣਾਈ।
ਸਰਕਾਰ ਨੇ ਬਿਠਾਈ ਵੀ ਆਹ ਕਰਜ਼ੇ ਕਿਸਾਨਾਂ ਦੇ ਕਿਉਂ ਚੜੇ, ਇਹਨੂੰ ਕਿਵੇਂ ਹੱਲ ਕੀਤਾ ਜਾਵੇ, ਕਿਉਂਕਿ ਉਹ ਹਾਲਾਤ ਇਹੋ ਜਿਹੇ ਚੱਲ ਰਹੇ ਸੀ, ਕਿਸਾਨਾਂ ਵੱਲ ਨੂੰ ਸੰਭਾਲਣ ਦੀ ਕੋਸ਼ਿਸ਼ ਕਰ ਰਹੇ, ਸਾਡਾ ਯੂਥ ਸੰਭਾਲਣ ਦੀ ਕੋਸ਼ਿਸ਼ ਕਰ ਰਹੇ ਸੀ। ਇਹ ਵੀ ਤੁਹਾਨੂੰ ਪਤਾ 86 ਦਾ ਦਹਾਕਾ। ਉਸ ਵਕਤ 86 ਦੇ ਵਿੱਚ ਲਿਖਿਆ ਗਿਆ ਡਾਕਟਰ ਜੌਹਲ ਦੀ ਰਿਪੋਰਟ 'ਚ ਵੀ ਪਿਛਲੇ 10 ਸਾਲਾਂ ਤੋਂ ਸਾਨੂੰ ਭਾਅ ਸੂਚਕ ਅੰਕ ਦੇ ਨਾਲ ਨਾ ਮਿਲਣ ਕਾਰਨ ਕਰਜ਼ੇ ਚੜੇ। ਤਾਂ ਉਹ ਰਿਪੋਰਟ ਗਲਤ ਆ, ਸਰਕਾਰੀ ਰਿਪੋਰਟ ਆ। 86 ਦੀ ਗੱਲ ਆ, ਮਤਲਬ 76 ਤੋਂ ਲੈ ਕੇ 86 ਤੱਕ ਭਾਅ ਨਹੀਂ ਮਿਲੇ ਤਾਂ ਕਰਜ਼ੇ ਚੜ੍ਹ ਗਏ। ਜੇ ਸਾਨੂੰ 76 ਤੋਂ ਲੈ ਕੇ ਹੁਣ ਤੱਕ ਭਾਅ ਸੂਚਕ ਅੰਕ ਨਾਲ ਨਹੀਂ ਮਿਲੇ, ਸਾਨੂੰ ਇਹ ਸਵਾਮੀਨਾਥਨ ਰਿਪੋਰਟ ਬਣਾਈ 2006 'ਚ ਲਾਂਚ ਕੀਤੀ, ਅਸੀਂ ਉਹਦੇ ਤੇ ਆ ਗਏ C2 + 50%, ਉਹ ਵੀ ਕਾਊਂਟ ਕਰ ਲਓ, ਉਹਦੇ ਤੇ ਵੀ ਭਾਅ ਨਹੀਂ ਦਿੱਤੇ। ਹੁਣ ਭਾਅ ਤਾਂ ਇਹਨਾਂ ਨੇ ਦਿੱਤੇ ਨਹੀਂ, ਪਿਛਲੇ ਦਹਾਕਿਆਂ ਤੋਂ 76 ਤੋਂ ਹੀ ਰਿਪੋਰਟ ਬਣੀ ਹੈ ਸਰਕਾਰੀ ਰਿਪੋਰਟਾਂ ਨੇ। ਫਿਰ ਉਹਨੂੰ ਰਿਪੋਰਟ 2006 'ਚ ਸਵਾਮੀਨਾਥਨ ਦੀ ਕਿਉਂ ਬਣਾਉਣੀ ਪਈ? ਜੇ ਸੂਚਕ ਅੰਕ ਨਾ ਦੇ ਦਿੰਦੇ ਤਾਂ ਵੀ ਠੀਕ ਸੀ। ਉਹਨੇ ਨਵਾਂ ਤਰੀਕਾ ਦੱਸਤਾ ਵੀ ਜਿੰਨੀ ਖਪਤ ਹੋਊ, ਜਿੰਨਾ 50% ਉਹਦੇ ਮਾਰਜਨ ਦੇ ਕੇ ਦੇ ਦਿਓ। ਅਸੀਂ ਉਹਦੇ ਤੇ ਵੀ ਸਹਿਮਤ ਹੋ ਗਏ, ਚਲੋ ਸੂਚਕ ਅੰਕ ਨਾਲ ਸਹਿਮਤ ਸੀ, ਪਰ ਉਹਦੇ ਤੇ ਵੀ ਸਹਿਮਤ ਹੋ ਗਏ। ਉਹਦੇ ਤੇ ਵੀ ਭਾਅ ਨਾ ਦੇਣਾ, 76 ਤੋਂ ਲੈ ਕੇ ਹੁਣ ਤੱਕ ਭਾਅ ਨਾ ਮਿਲਣਾ ਕਰਜ਼ੇ ਦਾ ਕਾਰਨ ਆ। ਕੱਲਾ ਇਹ ਨਹੀਂ ਵੀ ਕਿਸਾਨ ਹੁਣ ਸਕੂਟਰ ਲੈ ਲਿਆ ਜਾਂ ਕਿਸਾਨ ਦੇ ਮੁੰਡੇ ਨੇ ਮੋਟਰਸਾਈਕਲ ਲੈ ਲਿਆ ਤੇ ਉਹਨੇ ਦੇਸ਼ ਦਰੋਹੀ ਕੰਮ ਕਰ ਲਿਆ, ਉਹ ਤਾਂ ਲਊਗਾ ਹੀ, ਉਹ ਵੀ ਇਸ ਦਰਗ 'ਚ ਰਹਿੰਦਾ, ਉਹ ਵੀ ਕਾਰ ਲਊਗਾ, ਉਹ ਵੀ ਘਰੇ ਪੱਖਾ ਕੂਲਰ ਲਾਊਗਾ, ਉਹ ਵੀ ਸਾਧਨ ਚਾਹੁੰਦਾ। ਜਿਹੜੇ ਲੋਕਾਂ ਨੂੰ ਸਾਧਨ ਮਿਲੇ ਨੇ ਉਹ ਵੀ ਆਪਣੇ ਘਰ ਦੇਖਣਾ ਚਾਹੁੰਦਾ, ਤੇ ਉਹ ਸਾਧਨ ਜੇ ਪੂਰੇ ਕਰਦਾ, ਜੇ ਆਪਦੀ ਬੱਚੀ ਦਾ ਕੋਈ ਵਿਆਹ ਕਰਦਾ, ਉਹ ਇਹਨਾਂ ਨੂੰ ਚਾਹੁੰਦਾ ਪਿਆ। ਤੇ ਇਹ ਸਮਾਜ ਦੇ ਵਿੱਚ ਰਹਿੰਦੇ ਹੋਏ ਜਿਹੜੇ ਸਮਾਜ ਦੇ ਕਾਰਜ ਆ, ਜੋ ਸਾਡੇ ਬਜ਼ੁਰਗ 72 'ਚ ਕਰ ਸਕਦੇ ਸੀ, ਅਸੀਂ ਅੱਜ ਨਹੀਂ ਕਰ ਸਕਦੇ। ਜੋ ਖਰਚਾ ਉਹਨਾਂ ਨੇ ਇੱਕ ਖੇਤੀ ਕਰਨ ਵਾਲੇ ਨੇ 72 'ਚ ਕਰਤਾ ਸੀ ਨਾ ਜੀ, ਉਹ ਅੱਜ ਅਸੀਂ ਨਹੀਂ ਕਰ ਸਕਦੇ ਕਿਸੇ ਲੋਟ ਵੀ। ਜੇ ਉਹਨੂੰ ਸੂਚਕ ਅੰਕ ਨਾਲ ਲਾ ਕੇ ਦੇਖੀਏ, ਜੋ ਭਾਅ ਕਣਕ ਵੇਚ ਕੇ ਉਹ ਕੁੜੀ ਵਿਆਹ ਕੇ ਲੈ ਕੇ ਆਇਆ, 19 ਕੁਇੰਟਲ ਸਾਡੀ ਕੁੜੀ ਤੁਰਦੀ ਵੀ ਨਹੀਂ। ਤੇ ਉਹ ਜਿਹੜੇ ਭਾਅ ਦਾ ਫਰਕ ਆ, ਉਹ ਮੇਨ ਕਰਜ਼ੇ ਦਾ ਕਾਰਨ ਆ ਜੀ। ਜੇ ਦੇਖਿਆ ਜਾਵੇ ਸੁਪਰ ਸੀਡਰ ਦੀ ਗੱਲ ਕਰੀਏ, ਸੁਪਰ ਸੀਡਰ ਦੀ ਜੇ ਆਮ ਲਾਗਤ ਦਾ ਆਪਾਂ ਕੰਪੇਅਰ ਕਰੀਏ, ਲੱਖ ਰੁਪਏ 'ਚ ਉਹਦਾ ਮਟੀਰੀਅਲ ਆ ਜਿਹੜਾ ਆ ਜਾਊਗਾ ਜੀ, 50,000 ਰੁਪਏ ਉਹਦੀ ਲਾਗਤ, ਫਿਰ ਵੀ 3.5 ਲੱਖ ਰੁਪਏ 'ਚ ਦੇ ਰਹੇ ਨੇ। ਉੱਤੋਂ ਕਹਿ ਰਹੇ ਨੇ ਕਿ ਸਬਸਿਡੀ ਵੀ 50% ਦਿੱਤੀ ਜਾ ਰਹੀ ਆ। ਉਹ ਤਾਂ ਲਾਗਤ ਵੀ ਨਹੀਂ ਪੂਰੀ ਹੋ ਰਹੀ ਜੀ, ਜਿਹੜੀ ਕਿਸਾਨ ਜੇ ਦੇਖਿਆ ਜਾਵੇ ਦੁੱਗਣਾ ਰੇਟ ਲੱਤਾਂ ਜਾ ਰਹੇ। ਚਲੋ ਸਿਆਸੀ ਬੰਦੇ ਨੇ ਤਾਂ ਇੱਕ ਦੂਜੇ ਦੇ ਦੋਸ਼ ਲਾਉਣੇ ਹੁੰਦੇ ਨੇ। ਦੋਸ਼ ਲਾਉਣ ਤੋਂ ਬਾਅਦ ਵੀ ਪਿਛਲੀ ਸਰਕਾਰ ਤੇ ਦੋਸ਼ ਲਾਇਆ ਸੀ, ਇਹ ਸਰਕਾਰ ਨੇ ਵੀ ਉਹ ਘਪਲਾ ਕਰਕੇ ਸਬਸਿਡੀਆਂ 'ਚ, ਤੇ ਫੜਿਆ ਕਿਸੇ ਨੂੰ? ਕੋਈ ਕੱਢਿਆ ਇਹਨਾਂ ਨੇ? ਉਹ ਵੱਡੀ ਰਕਮ ਕੋਈ ਲੈ ਗਿਆ ਜੀ। ਹੁਣ ਲੱਭੋ ਤੁਸੀਂ ਕੌਣ ਲੈ ਗਿਆ ਕੌਣ ਨਹੀਂ। ਕਿਸਾਨਾਂ ਦੇ ਪੱਲੇ ਦਾ ਪਏ ਨਹੀਂ ਸਬਸਿਡੀ। ਆਧਾਰ ਕਾਰਡ ਵੀ ਸਾਡੇ ਲੱਗ ਗਏ ਤੇ ਸਬਸਿਡੀ ਸਾਡੇ ਘਰਾਂ 'ਚ ਨਹੀਂ ਆਈ। ਵੱਡੇ ਰੂਪ ਦੇ ਵਿੱਚ ਇਹ ਇਨਵੈਸਟੀਗੇਸ਼ਨ ਦੀ ਮੰਗ ਕਰਦੀ ਹੈ, ਸੈਂਟਰਲ ਨੂੰ ਕਰਨੀ ਚਾਹੀਦੀ ਆ ਵੀ ਸਟੇਟ ਦਾ ਕਿਹੜਾ ਬੰਦਾ ਇਹ ਪੈਸੇ ਲੈ ਗਿਆ ਕਿਹੜਾ ਨਹੀਂ। ਪਰ ਜਿਹੜੇ ਤੁਸੀਂ ਭਾਅ ਦੀ ਗੱਲ ਕਰਦੇ ਹੋ, ਜਿਹੜੀ ਬਣਤਰ ਆ, ਇਹ ਹੁਣ ਜੇ ਬਣਤਰ ਬਣ ਚੁੱਕੀ ਆ, ਡਾਈ ਬਣ ਚੁੱਕੀ ਆ, ਆਮ ਕੰਪਨੀਆਂ ਕੋਲ ਜਾ ਚੁੱਕਿਆ ਸੁਪਰ ਸੀਡਰ, ਕਿਸੇ ਇੱਕ ਦਾ ਨਹੀਂ ਰਿਹਾ। ਜੇ ਇੱਕ ਦਾ ਨਹੀਂ ਰਿਹਾ ਤਾਂ ਸਾਡੇ ਪਿੰਡ ਵਾਲਾ ਮਿਸਤਰੀ ਵੀ ਬਣਾ ਸਕਦਾ। ਤੇ ਜੇ ਪਿੰਡ ਵਾਲਾ ਮਿਸਤਰੀ ਕਹਿੰਦਾ ਪਿਆ ਤੂੰ ਲੱਖ ਦਾ ਸਮਾਨ ਲਿਆ ਦੇ, ਮੈਂ ਇਹਨੂੰ ਵੈਲਡਿੰਗ ਬੁਲਡਿੰਗ ਕਰਕੇ ਮੈਂ ਇਹਦੀ 20-30 ਹਜ਼ਾਰ ਮਿਹਨਤ ਲੈ ਲੂੰਗਾ, ਤੈਨੂੰ ਫਿੱਟ ਕਰਕੇ ਦੇ ਦਿੰਦਾ, ਤਾਂ ਉਹ ਗੁਨਾਹ ਕਰ ਲਿਆ ਵੀ ਉਹ 1,30,000 ਜਾਂ 1.5 ਲੱਖ 'ਚ ਤਿਆਰ ਕਰਕੇ ਇਹਨਾਂ ਵਾਲਾ 2,40,000 3 ਲੱਖ ਵਾਲਾ ਸੁਪਰ ਸੀਡਰ ਲਵੇ, ਤੇ ਉਸ ਤੋਂ ਬਾਅਦ 50% ਸਬਸਿਡੀ ਦੀ ਬਹਾਨਾ ਮਾਰੇ। ਤੇ ਫਿਰ ਉਹ ਜਿਹੜੇ ਪੈਸੇ ਆ ਉਹ ਕਿਹਨਾਂ ਦੇ ਖਾਤਿਆਂ ਜਾਂ ਵੱਡੇ ਇੰਡਸਟਰੀਲਿਸਟ ਦੇ ਖਾਤਿਆਂ 'ਚ? ਜਿਹੜਾ ਛੋਟਾ ਸਾਡਾ ਮਿਸਤਰੀ ਸੀ ਸਾਡੇ ਪਿੰਡ ਦਾ, ਉਹਨੂੰ ਤਾਂ ਕਿੱਤਾ ਮਿਲਿਆ ਨਾ, ਤੇ ਵੱਡਿਆਂ ਨੂੰ ਕਿੱਤਾ ਦੇ ਕੇ ਫਿਰ ਵੱਡਿਆਂ ਨੂੰ ਉਹ ਜਿਹੜੀ ਮਾਰਜਨ ਵੀ ਵੱਡਾ ਤੇ ਕਿੱਤਾ ਵੀ ਵੱਡਾ ਉਹਨਾਂ ਨੂੰ ਮਿਲਿਆ ਹੋਇਆ। ਛੋਟਾ ਮਿਸਤਰੀ ਜੇ 50,000 ਮਿਹਨਤ ਲੈ ਕੇ ਤਿਆਰ ਕਰਨ ਨੂੰ ਤਿਆਰ ਆ, ਤਾਂ ਆਪਾਂ ਸਮਝਦੇ ਹਾਂ ਜਿੱਥੇ 100 ਸੁਪਰ ਸੀਡਰ ਬਣ ਰਿਹਾ, ਉਹਨਾਂ ਦਾ ਮਿਹਨਤ 20,000 ਲੱਗਦੀ ਹੋਣੀ ਆ। ਛੋਟੇ ਦੀ ਤਾਂ ਮਿਹਨਤ ਵੱਧ ਲੱਗਦੀ ਹੁੰਦੀ ਆ, ਸਾਰਾ ਹੱਥੀ ਤੋੜਨਾ ਭੰਨਣਾ, ਉੱਥੇ ਤਾਂ ਕਟਰ ਲੱਗੇ ਹੋਏ ਨੇ, ਉਹਨਾਂ ਦੀ ਕਾਸਟ ਆਫ ਪ੍ਰੋਡਕਸ਼ਨ ਸਸਤੀ ਆ, ਥੋੜੀ ਮਿਸਤਰੀ ਦੀ ਵੱਧ ਆ, ਤਾਂ ਵੀ ਉਹ ਆਪਣਾ ਸਸਤੇ ਤਿਆਰ ਕੇ ਦੇ ਰਿਹਾ। ਤੇ ਸਾਫ਼ ਸੁਥਰੀ ਛਵੀ ਇਹ ਆ ਰਹੀ ਆ ਵੀ ਇਹਦੇ 'ਚ ਬਹੁਤ ਵੱਡਾ ਘਪਲਾ। ਤੁਸੀਂ ਕਹਿ ਰਹੇ ਹੋ ਜੀ ਘਪਲਾ ਹੈ, ਪਰ ਭਗਵੰਤ ਮਾਨ ਸਾਹਿਬ ਕਹਿੰਦੇ ਨੇ ਕਿ ਅਸੀਂ ਆਮ ਘਰਾਂ 'ਚੋਂ ਆ, ਕਿਸਾਨ ਦਾ ਪੁੱਤ ਆ, ਕਿਸਾਨੀ ਨਾਲ ਜੁੜੇ ਹੋਏ ਆ। ਉਹ ਕਹਿੰਦੇ ਅਸੀਂ ਤਾਂ ਕਿਸਾਨੀ ਨੂੰ ਪ੍ਰੇਮ ਹੀ ਬਹੁਤ ਕਰਦੇ ਹਾਂ ਜੀ। ਕੱਲ ਕਿਸਾਨੀ ਦਾ ਮੇਲੇ 'ਚ ਪ੍ਰੇਮ ਦਿਖ ਗਿਆ। ਕਿਸਾਨਾਂ ਨੂੰ ਬਾਹਰ ਖੜਾ ਕਰਕੇ ਦਰਵਾਜ਼ਾ ਲਾ ਕੇ ਕੱਲੇ VIP ਕਲਚਰ, ਜਿਹੜੀਆਂ ਉਹ ਕਰੋੜ ਵਾਲੀਆਂ ਗੱਡੀਆਂ, ਪਿਛਲਾ ਮੰਤਰੀ ਕਹਿੰਦਾ ਸੀ ਵੀ ਵੱਡੇ ਕਮਰੇ ਵਾਲੀਆਂ ਸੀ, ਉਹ 3-4 ਆਈਆਂ ਅੰਦਰ ਵੜ ਗਈਆਂ, ਸਭ ਕਿਸਾਨ ਬਾਹਰ ਸੀ। ਉਹ ਜਿਹੜੀ ਸਥਿਤੀ ਉੱਥੇ ਬਣੀ ਆ, ਜੋ ਨਾਅਰਾਬਾਜ਼ੀ ਕਿਸਾਨਾਂ ਨੇ ਕੀਤੀ ਆ, ਉਹ ਸਾਹਮਣੇ ਆ ਸਰਕਾਰ ਦੀ ਵੀ ਕਿੰਨਾ ਕਿਸਾਨ ਪੱਕੀ ਆ ਕਿੰਨਾ ਕੁ ਨਹੀਂ ਜੀ। ਪਰ ਜੇ ਭਗਵੰਤ ਮਾਨ ਸਾਹਿਬ ਦਾ ਕੱਲ੍ਹ ਦੀ ਗੱਲ ਕਰੀਏ, ਪਹਿਲਾਂ ਜਦੋਂ ਮੁੱਖ ਮੰਤਰੀ ਨਹੀਂ ਸੀਗੇ, ਉਹ ਕਹਿੰਦੇ ਸੀਗੇ ਜਿਨ੍ਹਾਂ ਨੂੰ ਖਤਰਾ ਉਹ ਮੁਰਗੀ ਫਾਰਮ ਖੋਲ੍ਹ ਲਓ, ਮੁਰਗੀ ਖਾਨੇ ਖੋਲ੍ਹ ਲਓ, ਰਾਜਨੀਤੀ ਛੱਡ ਦਿਓ। ਤੇ ਹੁਣ ਉਹਨਾਂ ਨੂੰ ਦੇਖ ਕੇ ਕਿੱਦਾਂ ਕੀ ਕਹੇਂਗੇ ਜੀ? ਇੱਕ ਤਾਂ ਉਹਨਾਂ ਦੀ ਸਿਕਿਉਰਿਟੀ, ਮੈਂ ਕਿਸੇ ਦਾ ਪਰਸਨਲੀ ਅੱਜ ਤੱਕ ਕਦੀ ਕੀਤਾ ਨਹੀਂ ਟੱਚ, ਪਰ ਉਹਨਾਂ ਨੇ ਪਰਸਨਲੀ ਟੱਚ ਕਰਕੇ ਸਾਡੇ ਜਜ਼ਬਾਤ ਛੂਹ ਕੇ ਵੋਟਾਂ ਲਿੱਤੀਆਂ ਨੇ। ਤਾਂ ਅੱਜ ਉਹਨਾਂ ਦੇ ਫਤਿਹਗੜ੍ਹ ਸਾਹਿਬ ਦੇ ਵਿੱਚ ਹੀ ਮਾਤਾ ਜੀ ਆ ਰਹੇ ਆ, ਤੇ ਉਹ ਕਿੰਨੀ ਸਿਕਿਉਰਿਟੀ ਲੱਗੀ ਹੋਈ ਆ ਤੁਸੀਂ ਆਪ ਨਾਪ ਤੋਲ ਕਰ ਲਿਓ। ਇੰਨੀਆਂ ਸਿਕਿਉਰਿਟੀਆਂ ਦੇ ਵਿੱਚ ਜਦੋਂ ਪਰਿਵਾਰ ਤੁਰਦਾ, ਤੇ ਪਰਿਵਾਰਵਾਦ ਕਿਤੇ ਸ਼ੁਰੂ ਨਹੀਂ ਹੋ ਗਿਆ? ਜਿਹੜੇ ਪਰਿਵਾਰਵਾਦ ਦੀ ਪਹਿਲਾਂ ਗੱਲ ਕਰਦੇ ਸੀ, ਇੱਧਰ ਵੀ ਸ਼ੁਰੂ ਹੋ ਗਿਆ ਜੀ। ਤੇ SYL ਨੂੰ ਕਿਸ ਤਰ੍ਹਾਂ ਦੇਖਦੇ ਹੋ? ਪਾਣੀ ਦਾ ਬੜਾ ਮੁੱਦਾ ਹੈ ਸਾਡੇ। ਆਉਣ ਵਾਲੇ ਟਾਈਮ 'ਚ ਕਿਹਾ ਜਾ ਰਿਹਾ ਹੈ ਕਿ ਪੰਜਾਬ 'ਚੋਂ ਪਾਣੀ ਖਤਮ ਹੋ ਜਾਣਾ, ਮਾਰੂਥਲ ਬਣ ਜਾਣਾ ਜੀ। ਕਿਸ ਤਰ੍ਹਾਂ ਦੇਖਦੇ ਹੋ ਤੁਸੀਂ? ਨਹਿਰਾਂ ਪੱਕੀਆਂ ਕਰਕੇ, ਲਿਫਾਫੇ ਪਾ ਕੇ, ਉੱਤੇ ਕੰਕਰੀਟ ਦੀਆਂ ਦੀਵਾਰਾਂ ਕਰਕੇ ਪਾਣੀ ਤਾਂ ਪੰਜਾਬ ਤੋਂ ਬਾਹਰ ਲੈ ਜਾਂਦਾ ਜਾ ਰਿਹਾ, ਪੰਜਾਬ ਨੂੰ ਕੰਗਾਲ ਕਰਨ ਲੱਗੇ ਹੋਏ ਨੇ ਜੀ। 780 ਕਰੋੜ ਸਾਡਾ ਵਰਤ ਕੇ
ਸਾਡੀਆਂ ਹੀ ਨਹਿਰਾਂ ਨੂੰ ਪੱਕੀਆਂ ਕਰਕੇ ਵੀ ਇੱਥੇ ਬਦਲਣਾ ਦੇ ਉਹ ਪਾਣੀ ਬਾਹਰ ਲੈ ਕੇ ਜਾ ਰਿਹਾ ਤੇ ਕਿਹੋ ਜਿਹੀ ਸਥਿਤੀ ਇਹ ਕਿਹੋ ਜਿਹੇ ਡੈਲੀਗੇਟ ਜਲਾਸ ਨੇ ਕਿਹੋ ਜਿਹੇ ਇਹ ਅਸੈਂਬਲੀ ਨੇ। ਇਹ ਤੁਸੀਂ ਆਪ ਸੋਚੋ ਵੀ ਪੰਜਾਬ ਬਾਰੇ ਅੱਜ ਤੱਕ ਸੀਐਮ ਸਾਹਿਬ ਦਾ ਜਾਂ ਇਹਨਾਂ ਦੀ ਪਾਰਟੀ ਵੱਲੋਂ ਸਪਸ਼ਟ ਸਟੈਂਡ ਜਿਹੜਾ ਨਾ ਦੇਣਾ ਉਹ ਬਹੁਤ ਵੱਡਾ ਖੜਕ ਰਿਹਾ ਲੋਕਾਂ ਨੂੰ। ਕਿਉਂਕਿ SYL ਜਿਹੜਾ ਮੁੱਦਾ ਵਾ ਉਹਦੇ 'ਤੇ ਡਿਸਕਸ਼ਨ ਦੀ ਲੋੜ ਆ ਤਾਂ ਕਰਾ ਲਓ, ਜਥੇਬੰਦੀਆਂ ਨੂੰ ਬੁਲਾ ਲਓ, ਡਿਸਕਸ ਕਰ ਲਓ, ਸਲਾਹ ਕਰ ਲਓ, ਨਾਲ ਦੀਆਂ ਜਿਹੜੀਆਂ ਪੋਲੀਟੀਕਲ ਪਾਰਟੀਆਂ ਉਹਨਾਂ ਨੂੰ ਕਰ ਲਓ, ਜਿਹੜੀ ਸਿੱਖ ਜਥੇਬੰਦੀਆਂ ਫਿਰ ਰਹੀਆਂ ਉਹਨਾਂ ਨੂੰ ਬੁਲਾ ਲਓ, ਉਹਨਾਂ ਤੋਂ ਪੁੱਛ ਲਓ ਵੀ ਇਹ ਕਿਹੜੇ ਕਾਰਨ ਉਹਨਾਂ ਨੇ ਆਪਣੇ ਸਿੰਘ ਸ਼ਹੀਦ ਕਰਾਏ ਸੀ, ਕਿਉਂ ਏਡੀ ਵੱਡੀ ਗੱਲ ਆ। ਇਹ ਜਿਹੜਾ ਸਾਡਾ ਸਟੈਂਡ ਆ SYL ਤਾਂ ਨਿਕਲਣੀ ਨਹੀਂ ਚਾਹੀਦੀ। ਇਹਦੇ ਮਗਰ ਜਿਹੜੇ ਤੱਤ ਆ ਅਸੀਂ ਟੇਬਲ ਤੇ ਬਿਠਾ ਲਓ, ਸਾਰੇ ਦੱਸ ਦਾਂਗੇ। ਪਰ ਇਹਨੂੰ ਇੱਕ ਧਰਮ ਦੇ ਨਾਲ ਵੀ ਜੋੜਿਆ ਜਾ ਰਿਹਾ ਜੀ। ਹੁਣ ਧਾਰਮਿਕ ਮੁੱਦਾ ਇੱਕ ਜਾਤ ਪ੍ਰਤੀ ਮੁੱਦਾ ਬਣਾਇਆ ਜਾ ਰਿਹਾ। ਇਦਾਂ ਦੀ ਰਾਜਨੀਤੀ ਹੈ ਜਿਹੜੀ ਲੋਕਾਂ ਵੱਲੋਂ ਕੀਤੀ ਜਾ ਰਹੀ ਹੈ। ਬਿਲਕੁਲ ਇਹ ਚੀਜ਼ ਗਲਤ ਆ। ਇਹ ਇੱਕ ਸਾਡੇ ਖੇਤਰ ਦਾ ਵਾ, ਧਰਮ ਨਾਲ ਜੁੜ ਜਾਂਦਾ ਕਿਉਂਕਿ ਅਸੀਂ ਬਹੁਤ ਧਰਮੀ ਲੋਕ ਇੱਥੇ ਵੱਸਦੇ ਸੀਗੇ, ਸਾਨੂੰ ਜਾਣ ਕੇ ਇਸ ਦਾ ਪਿਛੋਕੜ ਕੀਤਾ ਗਿਆ। ਇੱਕ ਨਿੱਕੀ ਜਿਹੀ ਐਗਜ਼ਾਮਪਲ ਜਿਹੜੇ ਵੱਡੇ ਵਿਦਵਾਨ ਨੇ ਆਪਾਂ ਸੁਣਦੇ ਹਾਂ ਸਾਰਿਆਂ ਤੋਂ ਜਿਨ੍ਹਾਂ ਨੇ ਲੜਾਈ ਲੜੀ ਆ, ਉਹ ਕਹਿੰਦੇ 1966 ਦੇ ਵਿੱਚ 370 ਦੀ ਮੰਗ ਕੀਤੀ ਗਈ ਸੀ ਇੱਕ ਆਪਣੀ ਧਾਰਮਿਕ ਜਥੇਬੰਦੀ ਵੱਲੋਂ, ਪਾਰਟੀ ਵੱਲੋਂ, ਤੇ ਅੱਜ ਜੋ 370 ਉਹਦੀ ਤੋੜੀ ਆ ਆਪਣੇ ਜੰਮੂ ਕਸ਼ਮੀਰ ਦੀ, ਤਾਂ ਉਹ ਕਹਿੰਦੇ ਵੀ ਬਹੁਤ ਵਧੀਆ ਕੀਤਾ। ਤੇ ਉਹਨਾਂ ਦਾ ਸਟੈਂਡ ਫਿਰ ਕਿੱਥੇ ਰਹਿ ਗਿਆ? ਇਹ ਆਪਾਂ ਨੂੰ ਵੀ ਆਪਣੇ ਧਾਰਮਿਕ ਜਥੇਬੰਦੀਆਂ ਨੂੰ ਵੀ ਦੇਖਣਾ ਪੈਣਾ ਜੀ। ਜੇ ਸੰਯੁਕਤ ਕਿਸਾਨ ਮੋਰਚੇ ਦੀ ਗੱਲ ਕਰੀਏ, ਜੋ ਮੰਗਾਂ ਦਿੱਲੀ ਮੋਰਚੇ ਦਾ ਜਦੋਂ ਮੋਰਚਾ ਸਮਾਪਤ ਕੀਤਾ, ਜੋ ਸੈਂਟਰ ਸਰਕਾਰ ਨਾਲ ਗੱਲ ਹੋਈ ਸੀਗੀ, ਉਹਨਾਂ ਨੇ ਵਾਅਦੇ ਕੀਤੇ ਸੀਗੇ, ਉਹਨਾਂ ਨੂੰ ਕਿਸ ਤਰ੍ਹਾਂ ਦੇਖਦੇ ਹੋ? ਕਿਉਂਕਿ ਕਾਫੀ ਗੱਲਾਂ ਨੇ ਜਿਹੜੀਆਂ ਹਾਲੇ ਪੂਰੀਆਂ ਨਹੀਂ ਹੋਈਆਂ। ਲਖੀਮਪੁਰ ਖੀਰੀ ਦੀ ਗੱਲ ਕਰ ਲਈਏ, ਹੋਰ ਬਹੁਤ ਸਾਰੇ ਵਾਅਦੇ ਕੀਤੇ ਸੀਗੇ, ਉਹਦੇ ਤੇ ਸੰਯੁਕਤ ਕਿਸਾਨ ਮੋਰਚੇ ਦਾ ਕੀ ਸਟੈਂਡ ਹੈ ਜੀ? ਕੀ ਅੱਗੇ ਪਲਾਨ ਬਣਾਏ ਜਾ ਰਹੇ ਨੇ? ਇੱਕ ਲਖੀਮਪੁਰ ਖੀਰੀ ਵਾਲਾ ਰਹਿ ਗਿਆ, ਇੱਕ ਸਾਡੇ ਦਿੱਲੀ ਦੇ ਜਿਹੜੇ ਪਰਚੇ ਸੀ ਸਾਡੇ ਤੇ, ਉਹ ਸਾਡੇ ਜਥੇਬੰਦੀਆਂ ਤੇ ਵੀ ਆ, ਸਾਡੇ ਤੇ ਵੀ ਆ, ਉਹ ਵੀ ਰਹਿ ਗਏ ਹਾਲੇ। ਤੇ ਕੁਛ ਪਰਚੇ ਕਿਤੇ ਨੋਟਿਸ ਕਿਤੇ ਕਿਸਾਨ ਨੂੰ ਆ ਰਹੇ ਆ, ਉਹਨਾਂ ਦਾ ਅਸੀਂ ਪੈਰਵਾਈ ਕਰ ਰਹੇ ਹਾਂ। ਜਿਵੇਂ ਵੀ ਲੈ ਕੇ ਜਾਂਦੇ ਆ ਉਹ ਮਾਫੀ ਵਾਲੇ ਪਾਸੇ ਜਾ ਰਹੇ ਨੇ, ਵੀ ਖਤਮ ਹੋ ਰਹੇ ਨੇ, ਵਕੀਲ ਲਾਏ ਹੋਏ ਆ। ਪਰ ਜਿਹੜਾ ਲਖੀਮਪੁਰ ਵਾਲਾ ਵਾ, ਜਿਹੜੀ ਮੁੱਖ ਆਪਣੀ ਮੋੜ ਸੀ ਇੱਕ ਅੰਦੋਲਨ ਦਾ ਕਹਿ ਲਓ, ਇੱਕ ਧੁਰਾ ਬਣ ਗਿਆ ਸੀ ਜਿਹਦੇ ਤੇ ਨਾਰਾਜ਼ਗੀ ਆਪਣੀ ਹੋਰ ਵੱਧ ਗਈ ਸੀ, ਇੱਕਦਮ ਗੱਡੀ ਚੜ੍ਹਾ ਦੇਣੀ ਕਿਸਾਨਾਂ ਦੇ ਉੱਤੇ। ਤੇ ਉਹ ਜਿਹੜੇ 4 ਕਿਸਾਨ ਸ਼ਹੀਦ ਕਰਤੇ, ਇੱਕ ਪੱਤਰਕਾਰ ਸ਼ਹੀਦ ਕਰਤਾ। ਉਸ ਤੋਂ ਬਾਅਦ ਅੱਜ ਸਾਡੇ 4 ਬੱਚੇ ਅੰਦਰ ਜੇਲ੍ਹਾਂ 'ਚ ਧੱਕੇ ਹੋਏ ਨੇ ਨਜਾਇਜ਼ ਤੌਰ ਤੇ, ਜਿੱਥੇ ਕਿ ਡਿਫੈਂਸ ਦੇ ਵਿੱਚ ਉਹਨਾਂ ਨੇ ਆਪਣਾ ਰਾਖੀ ਕੀਤੀ ਹੈ। ਜੇ ਕੋਈ ਗੱਡੀ ਚੜ੍ਹਾ ਰਿਹਾ ਤਾਂ ਉਹਨੂੰ ਰੋਕ ਰਹੇ ਹੋ, ਉਹ 'ਤੇ ਡਿਫੈਂਡ ਦੀਆਂ ਫੋਟੋਆਂ ਨੇ, ਉਹਦੇ 'ਤੇ ਪਰਚੇ ਕੀਤੇ ਹੋਏ ਆ, ਨਜਾਇਜ਼ ਨੇ। ਅਸੀਂ ਪਿਛਲੇ ਸਮੇਂ ਵੀ ਉਹਨਾਂ ਨੂੰ ਵੱਡਾ ਇਕੱਠ ਕਰਕੇ ਉੱਥੇ ਮਿਲ ਕੇ ਆਏ ਆ। ਉਹਨਾਂ ਦੀ ਪੈਰਵਾਈ SKM ਕਰ ਰਹੀ ਆ, ਵਕੀਲ ਵੀ ਫਰੀ ਦੇ ਰਹੀ ਆ, ਤੇ ਕੁਝ ਆਰਥਿਕ ਮਦਦ ਜਿਹੜੀ ਕਿਸਾਨਾਂ ਪਰਿਵਾਰ, ਕਿਉਂਕਿ ਉਹ ਬਹੁਤ ਗਰੀਬ ਘਰਾਂ ਦੇ ਪਰਿਵਾਰ ਦੇ ਵਿੱਚੋਂ ਹੈਗੀ ਆ, ਉੱਥੇ ਵੀ ਜਦੋਂ ਇਹ ਮੁੱਦਾ ਧਾਰਮਿਕ ਬਣਾਇਆ ਜਾ ਰਿਹਾ ਸੀ, ਅਸੀਂ ਸਪਸ਼ਟ ਕੀਤਾ ਇਹ ਧਾਰਮਿਕ ਮੁੱਦਾ ਨਹੀਂ ਹੈ। ਪਰ ਹਾਂ, ਇਹ ਜੱਟ ਸਿੱਖਾਂ ਦੇ ਮੁੰਡੇ ਸੀਗੇ ਤੇ ਪਰ ਉਹ ਕਿਸਾਨੀ ਤੌਰ ਤੇ ਲੜੇ ਨੇ, ਤਾਂ ਉਹ ਤੇ ਕਿਸਾਨੀ ਤੌਰ ਤੇ ਸਪਸ਼ਟ ਰੂਪ ਦੇ ਵਿੱਚ ਉੱਥੇ ਸਾਹਮਣਾ ਕਰਾਇਆ। ਆਉਣ ਵਾਲੇ ਸਮੇਂ ਦੇ ਵਿੱਚ ਉਹਨਾਂ ਦੀ ਲੜਾਈ ਵਾਸਤੇ ਅਸੀਂ ਲੜਾਂਗੇ, ਕਿਉਂਕਿ 3 ਤਰੀਕ ਅਕਤੂਬਰ 'ਚ ਉਹ ਸ਼ਹੀਦ ਹੋਏ ਸੀ। ਤਾਂ ਅਸੀਂ ਵੱਡੀ ਮੰਗ ਰੱਖ ਕੇ 3 ਤਰੀਕ ਨੂੰ ਵੱਡਾ ਪ੍ਰੋਗਰਾਮ ਕਰਕੇ SKM ਵੱਲੋਂ ਸਰਕਾਰ ਮੂਹਰੇ ਰੱਖਾਂਗੇ ਵੀ ਉਹਨਾਂ ਨੂੰ ਵੀ ਕੀਤਾ ਜਾਵੇ, ਤੇ ਜਿਹੜਾ ਮੰਤਰੀ ਆ ਜਿਹੜਾ 120 ਦੇ ਕੇਸ ਦੇ ਵਿੱਚ ਆ ਉਹਨੂੰ ਬਰਖਾਸਤ ਕੀਤਾ ਜਾਵੇ ਜੀ। ਮੌਸਮ ਨੂੰ ਕਿਸ ਤਰ੍ਹਾਂ ਦੇਖ ਰਹੇ ਹੋ ਜੀ? ਕਾਫੀ ਲੰਮੇ ਟਾਈਮ ਤੋਂ ਇਹ ਕਾਫੀ ਦਿਨ ਹੋ ਗਏ ਨੇ ਬਾਰਿਸ਼ ਹੋ ਰਹੀ ਆ। ਝੋਨੇ ਦੀ ਫਸਲ, ਨਰਮੇ ਦੀ ਫਸਲ ਤੇ ਹੋਰ ਜਿਹੜੀਆਂ ਨਵੀਆਂ ਫਸਲਾਂ ਬੀਜਣੀਆਂ ਸੀਗੀਆਂ, ਸਬਜ਼ੀਆਂ, ਮਟਰ ਹੋ ਗਏ, ਆਲੂ, ਕਾਫੀ ਪ੍ਰਭਾਵਿਤ ਹੋ ਰਹੇ ਨੇ ਜੀ। ਕਾਫੀ ਕੱਲ ਰਾਤ ਦੇ ਜਾਂ ਪਰਸੋਂ ਦੇ ਕਹਿ ਲਓ ਵੀ ਆਪਾਂ ਕਾਫੀ ਪਰੇਸ਼ਾਨ ਨੇ ਕਿਸਾਨ, ਹਰ ਦਾ ਮਾਨਸਿਕ ਤਣਾਅ ਦੇ ਵਿੱਚ ਨੇ। ਤੇ ਇਹ ਜਿਹੜਾ ਮੀਂਹ ਪੈ ਰਿਹਾ ਇਹ ਬਿਲਕੁਲ ਵੀ ਕਿਸੇ ਨੂੰ ਚੰਗਾ ਨਹੀਂ ਲੱਗ ਰਿਹਾ, ਤੇ ਇਹਦੇ ਨਾਲ ਫਸਲਾਂ ਦਾ ਬਿਮਾਰੀਆਂ ਵਧਣੀਆਂ, ਨੁਕਸਾਨ ਹੋਣਾ, ਅਗਲੀਆਂ ਫਸਲਾਂ ਨਾ ਲੱਗਣੀਆਂ ਬਹੁਤ ਵੱਡਾ ਕਾਰਨ ਬਣੂਗਾ। ਇਹ ਪਰਮਾਤਮਾ ਵੱਲੋਂ ਅਸੀਂ ਚਾਹੁੰਦੇ ਹਾਂ ਵੀ ਇਹਨੂੰ ਜਲਦੀ ਬੰਦ ਕੀਤਾ ਜਾਵੇ, ਮੌਸਮ ਸਾਫ਼ ਕੀਤਾ ਜਾਵੇ। ਪਹਿਲਾਂ ਤਾਂ ਸਭ ਤੋਂ ਵੱਡਾ ਪਰਮਾਤਮਾ ਵਾ ਜਿਹੜਾ ਕਰ ਸਕਦਾ, ਦੂਜਾ ਸਰਕਾਰ ਜਲਦੀ ਤੋਂ ਜਲਦੀ। ਆਪਣੇ ਕਹਿ ਰਹੇ ਸੀ ਨਾ ਕੱਲ ਵੀ ਤੁਸੀਂ ਗਰਾਊਂਡ ਤੇ AC ਕਮਰੇ 'ਚੋਂ ਨਿਕਲੋ, ਤੇ ਹੁਣ ਨਿਕਲਦਾ ਟਾਈਮ ਆ। ਜਿੱਥੇ ਪਾਣੀ ਖੜਾ ਉਹ ਕਢਾਓ ਪਾਣੀ ਫਟਾਫਟ, ਕਿਸੇ ਪਾਸੇ ਨਿਕਲੇ। ਕੋਈ ਫਸਲਾਂ ਡੁੱਬਣ ਵਾਲੇ ਕੰਡੀਆਂ ਹੋਣਗੀਆਂ ਜਾਂ ਮੀਂਹ ਦੀਆਂ, ਤੇ ਉਹਨਾਂ 'ਚ ਸਰਕਾਰ ਮੂਹਰੇ ਆਵੇ ਜੀ। AC ਕਮਰਿਆਂ 'ਚ ਤਾਂ ਉਦੋਂ ਨਹੀਂ ਨਿਕਲੇ ਜੀ ਜਦੋਂ ਕਿਸਾਨ ਝੋਨਾ ਜਿਹੜਾ ਖਰਾਬ ਹੋ ਗਿਆ, ਚਾਈਨਾ ਵਾਇਰਸ ਕਹਿ ਰਹੇ ਨੇ, ਉਹਨਾਂ ਤੇ ਟਰੈਕਟਰ ਚਲਾ ਰਹੇ ਸੀਗੇ, ਜਾਂ ਇੱਕ ਬੌਣਾ ਰੋਗ ਆ ਗਿਆ ਜੀ ਝੋਨੇ ਦੇ ਵਿੱਚ, ਉਦੋਂ ਨਹੀਂ ਨਿਕਲੇ। ਲੱਗਦਾ ਹੁਣ ਇਹ ਨਿਕਲਣਗੇ? ਦੇਖੋ ਜੇ ਨਹੀਂ ਨਿਕਲਣਗੇ ਲੋਕੀ ਇਹਨਾਂ ਨੂੰ ਜਵਾਬ ਦੇ ਦੇਣਗੇ ਜੀ ਜੀ। ਤੇ ਚੈਨਲ ਦੇ ਮਾਧਿਅਮ ਰਾਹੀਂ ਦੇਖਣ ਵਾਲੇ ਸਰੋਤਿਆਂ ਨੂੰ ਕੀ ਲਾਸਟ ਦੇ ਵਿੱਚ ਤੁਸੀਂ ਮੈਸੇਜ ਦੇਵੋਗੇ? ਅਸੀਂ ਜਥੇਬੰਦੀ ਵੱਲੋਂ ਸਰੋਤਿਆਂ ਨੂੰ ਇਹ ਕਹਿੰਦੇ ਆ ਵੀ ਅੱਗ ਲਾਉਣੀ ਸਾਡੀ ਮਜਬੂਰੀ ਆ, ਖੁਸ਼ੀ ਨਾਲ ਨਹੀਂ ਲਾ ਰਹੇ। ਵਾਤਾਵਰਣ ਪ੍ਰੇਮੀਆਂ ਨੂੰ ਹੱਥ ਜੋੜ ਕੇ ਬੇਨਤੀ ਆ, ਸਾਡੇ ਕਿਸਾਨ ਦੀ ਸਥਿਤੀ ਦੇਖੋ ਆ ਕੇ ਪਹਿਲਾਂ, ਉਸ ਤੋਂ ਬਾਅਦ ਕੋਈ ਸਪਸ਼ਟੀਕਰਨ ਆਪਣਾ ਸ਼ਬਦ ਬੋਲੋ। ਅਸੀਂ ਬਿਲਕੁਲ ਅੱਗ ਨਹੀਂ ਲਾਵਾਂਗੇ ਜੇ ਸੁਪਰੀਮ ਕੋਰਟ ਦੇ ਹਦਾਇਤਾਂ 'ਤੇ ਵੀ ਸਰਕਾਰ ਦੇ ਦਿੰਦੀ ਆ, ਤੇ ਕਿਸਾਨ ਅੱਜ ਅੱਗ ਲਾਉਣਾ ਹਟ ਜਾਊ। ਧੰਨਵਾਦ ਜੀ। ਸਾਡੇ ਨਾਲ ਵਜਿੰਦਰ ਸਿੰਘ ਜੋਗੀ ਜੀ ਨੇ। ਹਾਂਜੀ ਜੋਗੀ ਸਾਹਿਬ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ ਜੀ। ਕਿਸ ਤਰ੍ਹਾਂ ਦੇਖ ਰਹੇ ਹੋ ਜੀ ਕਿਸਾਨ ਦੀ ਜਿਹੜੀ ਸਥਿਤੀ ਆ? ਹੁਣ ਕਾਨਫਰੰਸ ਵੀ ਰੱਖੀ ਗਈ ਆ, ਕਿਸਾਨਾਂ ਨੂੰ ਕਿਸਾਨਾਂ ਦੇ ਜਿਹੜੇ ਹਾਲਾਤ ਨੇ ਉਹਨਾਂ ਨੂੰ ਸੁਧਾਰਨ ਦੇ ਲਈ ਉਪਰਾਲੇ ਕੀਤੇ ਜਾ ਰਹੇ ਨੇ, ਪਰ ਕਿਸਾਨ ਦੇ ਹਾਲਾਤ ਵੱਧ ਤੋਂ ਬੱਤਰ ਹੋਏ ਪਏ ਨੇ ਜੀ। ਮੌਸਮ ਦੀ ਮਾਰ, ਬਿਮਾਰੀਆਂ ਦੀ ਮਾਰ, ਨਕਲੀ ਬੀਜਾਂ ਦੀ ਮਾਰ, ਕਿਸ ਤਰ੍ਹਾਂ ਦੀ? ਅਸੀਂ ਨਾ ਜੀ ਹਰਮੀਤ ਸਿੰਘ ਕਾਦੀਆਂ ਨੂੰ
ਇੱਕ ਲੈਟਰ ਦਿੱਤੀ ਹੈ ਮੈਮੋਰੈਂਡਮ ਸਾਡੇ ਆਪਣੇ ਇਲਾਕੇ ਵੱਲੋਂ ਸਾਰੇ ਵੱਲੋਂ ਵੀ ਕੀ ਪ੍ਰੋਬਲਮਸ ਜ਼ਿਮੀਂਦਾਰਾਂ ਨੂੰ ਆ ਰਹੀਆਂ ਨੇ। ਉਹਦੇ ਵਿੱਚ ਜੇ ਆਪਾਂ ਪਹਿਲੀ ਸਟੇਜ ਤੋਂ ਹੀ ਲਈ ਜਾਵੇ, ਪਹਿਲੀ ਸਟੇਜ ਤਾਂ ਹੈਗੀ ਆ ਸਕੂਲਾਂ 'ਚ ਪੜ੍ਹਾਈ ਦੀ। ਪੜ੍ਹਾਈ ਦੇ ਵਿੱਚ ਐਗਰੀਕਲਚਰ ਇੱਕ ਸਬਜੈਕਟ ਹੁੰਦਾ ਸੀ, ਐਗਰੀਕਲਚਰ ਸਬਜੈਕਟ ਇਹਨਾਂ ਨੇ ਬੰਦ ਕਰਤਾ। ਐਗਰੀਕਲਚਰ ਬਾਰੇ ਲੋਕਾਂ ਦੇ ਦਿਮਾਗ ਦੇ ਵਿੱਚ ਇਹ ਬਿਠਾਤਾ ਵੀ ਇਹ ਘਾਟੇ ਦਾ ਵੰਜ ਹੈ, ਇਹਨੂੰ ਛੱਡੋ ਤੇ ਇੰਡਸਟਰੀਅਲਿਸਟ ਦੇ ਜਾ ਕੇ ਨੌਕਰ ਲੱਗੋ। ਉਹ ਸਿਚੁਏਸ਼ਨ ਤੇ ਵੱਧ ਤੋਂ ਵੱਧ ਰੂਰਲ ਸੈਟਿੰਗਸ 'ਚੋਂ ਬੰਦਿਆਂ ਨੂੰ ਬੇਰੁਜ਼ਗਾਰ ਕਰਕੇ ਅਰਬਨ 'ਚ ਲਿਜਾਣਾ ਚਾਹੁੰਦੇ ਨੇ, ਲਿਜਾ ਕੇ ਉਹਨਾਂ ਨੂੰ ਅਬਾਨੀ ਅਡਾਨੀ ਦੇ ਨੌਕਰ ਲਾਉਣਾ ਚਾਹੁੰਦੇ ਨੇ। ਜਿਹੜੀ ਖੁਦ ਮੁਖਤਿਆਰੀ ਕਿਰਤ ਕਰਨੀ, ਵੰਡ ਕੇ ਛਕਣਾ, ਗੁਰੂ ਸਾਹਿਬ ਦਾ ਜਿਹੜੇ ਦੱਸਿਆ ਹੋਇਆ ਮਾਰਗ ਹੈ ਉਹਦੇ ਤੋਂ ਸਾਨੂੰ ਮੁਰਕਰ ਕਰਨਾ ਚਾਹੁੰਦੇ ਨੇ, ਸਾਡੀ ਆਪਣੀ ਹੋਂਦ ਨੂੰ ਖਤਮ ਕਰਨਾ ਚਾਹੁੰਦੇ ਨੇ। ਲੱਗਦਾ ਜੀ ਹੋਂਦ ਤਾਂ ਖਤਮ ਹੁੰਦੀ ਜਾ ਰਹੀ ਆ। ਘਰੇ ਜੇ ਬੱਚਾ ਪੜ੍ਹਦਾ ਨਹੀਂ ਤਾਂ ਮਾਂ ਕਹਿੰਦੀ ਆ ਕਿ ਨਹੀਂ ਪੜ੍ਹ ਲਾ, ਨਹੀਂ ਤੈਨੂੰ 4 ਮੈਸਾਂ ਲੈ ਕੇ ਦੇ ਦਾਂਗੇ, ਨਹੀਂ 2-4 ਕਿੱਲੇ ਠੇਕੇ ਤੇ ਲੈ ਕੇ ਦੇ ਦਾਂਗੇ, ਉੱਥੇ ਬੈਠਾ ਰਹੀ ਮਾਰੀ ਜਾਈ ਮੱਥਾ। ਫਿਰ ਲੱਗਦਾ ਹੈ ਕਿ ਸਾਡੀ ਹੋਂਦ ਤਾਂ ਖਤਮ ਹੁੰਦੀ ਹੋ ਜਾ ਰਹੀ ਹੈ ਜੀ। ਬੱਚਿਆਂ ਨੂੰ ਵੀ ਇਹ ਸਿਖਾਉਣ ਲੱਗੇ ਘਰ ਦੇ ਕਿ ਪੜ੍ਹ ਲਾ, ਨਹੀਂ ਤਾਂ ਖੇਤੀ ਕਰਨੀ ਪਊਗੀ। ਉਹ ਇਹੀ ਗੱਲ ਆਪਾਂ ਕਹਿ ਰਹੇ ਆ ਨਾ। ਉਹਦੇ ਤੋਂ ਬਾਅਦ 'ਚ ਦੇਖੋ IAS PCS ਉਹ ਪੇਪਰਾਂ ਨੂੰ ਤਾਂ ਆਪਾਂ ਮਾਨਤਾ ਦੇਣੀ ਛੱਡ ਗਏ। ਪਹਿਲਾਂ ਤੁਸੀਂ ਹਿੰਦੁਸਤਾਨ ਦੇ ਵਿੱਚ ਟੋਟਲ ਜਦ ਦੇਖਦੇ ਸੀਗੇ ਜਿੰਨੇ ਐਡਮਿਨਿਸਟ੍ਰੇਟਰ ਹੁੰਦੇ ਸੀ ਅੱਧ ਤੋਂ ਵੱਧ ਪਗੜੀਆਂ ਵਾਲੇ ਹੁੰਦੇ ਸੀ ਜੀ। ਤੇ ਉਹ ਐਡਮਿਨਿਸਟ੍ਰੇਟਰ ਵੀ ਇੰਨੇ ਵਧੀਆ ਤੇ ਜਿਵੇਂ ਕਹਿੰਦੇ ਨੇ ਵੀ ਉਹਨਾਂ ਦੇ ਦਿਲ ਦੇ ਵਿੱਚ ਇੱਕ ਆਪਣਾ ਭਗਵਾਨ ਦਾ, ਗੁਰੂ ਦਾ ਦੱਸਿਆ ਮਾਰਗ, ਉਹਦਾ ਡਰ ਭੈ ਹੁੰਦਾ ਸੀ। ਉਹ ਕਿਸੇ ਤਰੀਕੇ ਰੂਲ ਅਸੂਲ ਨਾਲ ਚੱਲਦੇ ਸੀ। ਹੁਣ ਤਾਂ ਮੁੱਖ ਪੈਸਾ ਰੱਖ ਲਿਆ, ਬਾੜ ਹੀ ਖੇਤ ਨੂੰ ਖਾਣ ਲੱਗ ਗਈ। ਆਈਲੈਟਸ ਛੱਡ ਕੇ IAS PCS IPS ਦੀ ਤਿਆਰੀ ਕਰਨ ਬੱਚੇ ਆਪਣੇ ਇੱਧਰ ਅੱਗੇ ਆਉਣ। ਟਰੱਕ ਡਰਾਈਵਰ ਝਾੜੂ ਫੇਰਨ ਦੀ ਬਜਾਏ ਕੈਨੇਡਾ 'ਚ ਉਰੇ ਅਫਸਰ ਬਣ ਕੇ ਰਾਜ ਕਰਨ। ਤੇ ਜਿਹੜਾ ਉਹਦੇ ਤੋਂ ਬਾਅਦ ਦੀ ਗੱਲ ਹੈ, ਖੇਤੀ ਜਦ ਚਲੋ ਨਹੀਂ ਕਿਤੇ ਕਰ ਸਕਦਾ, ਕੈਨੇਡਾ ਵੀ ਨਹੀਂ ਜਾ ਸਕਦਾ, ਜਿਹੜਾ ਮੇਰੇ ਵਰਗਾ ਪਿੱਛੇ ਰਹਿ ਜਾਂਦਾ ਉਹ ਬੱਚੇ ਨੂੰ ਖੇਤੀ 'ਚ ਪਾ ਦਿੰਦੇ ਨੇ। ਫਿਰ ਉਹ ਆਪਦੇ ਆਪ ਨੂੰ ਐਡਾ ਐਕਸਪਰਟ ਸਮਝਦਾ, ਜੇ 4 ਥੈਲੇ ਯੂਰੀਏ ਦੇ ਪਾ ਦਿੰਦਾ ਉਹਦਾ ਪ੍ਰਚਾਰ ਕਰਦਾ। ਜੇ ਕੋਈ ਦਵਾਈ ਪਾਤੀ ਉਹਦਾ ਪ੍ਰਚਾਰ ਕਰਦਾ, ਮੈਂ ਇੰਨੀ ਕੱਢਦੀ, ਝੂਠ ਬੋਲਦਾ। 7 ਕੁਇੰਟਲ ਝਾੜ ਨਹੀਂ ਹੁੰਦਾ, ਮੇਰਾ 8 ਨਿਕਲਿਆ ਆ, ਮੇਰਾ 10 ਨਿਕਲਿਆ ਆ, ਜਿਹਦੇ ਕਰਕੇ ਲੋਕ ਜ਼ਿਆਦਾ ਫਰਟੀਲਾਈਜ਼ਰ, ਜ਼ਿਆਦਾ ਇਨਸੈਕਟੀਸਾਈਡ ਵਰਤਣ ਲੱਗ ਗਏ। ਵੀ ਉਹ ਆਪਣੇ ਸਮਾਜ ਦਾ ਜਿਹੜਾ ਕਿਰਦਾਰ ਹੈ ਇਹਨੂੰ ਉੱਚਾ ਚੱਕਣ ਦਾ ਵੇਲਾ ਹੈ। ਸਾਰੇ ਇਕੱਠੇ ਹੋ ਕੇ, ਇਕਜੁੱਟ ਹੋ ਕੇ ਚੰਗੀਆਂ ਗੱਲਾਂ ਤੇ ਪਹਿਰਾ ਦਈਏ। ਇਹ ਗੱਲ ਛੱਡਦੀ ਹੈ ਵੀ ਮੈਂ ਕੀ ਲੈਣਾ ਜੀ ਜੀ। ਤੇ ਕਿਸ ਤਰ੍ਹਾਂ ਦੇਖ ਰਹੇ ਹੋ ਤੁਸੀਂ ਪਰਾਲੀ ਦਾ ਮੁੱਦਾ? ਕਾਫੀ ਲੰਮੇ ਟਾਈਮ ਤੋਂ ਸਰਕਾਰਾਂ ਕਹਿ ਰਹੀਆਂ ਨੇ ਕਿ ਪਰਾਲੀ ਨਾਲ ਪ੍ਰਦੂਸ਼ਣ ਹੋ ਰਿਹਾ ਹੈ, ਪਰ ਕਿਸਾਨ ਕਹਿ ਰਹੇ ਨੇ ਕਿ ਸਾਡੀ ਮਜਬੂਰੀ ਆ, ਹੱਲ ਦਿਓ। ਲੱਗਦਾ ਕੋਈ ਹੱਲ ਆਊਗਾ? ਕੀ ਕहेंगे? ਜਿਹੜਾ ਜੀ ਵਿੱਚ ਆਪਾਂ ਉਹ ਕਰਦੇ ਆ, ਇਹਦੇ ਵਿੱਚ ਬੋਨੇ ਆ ਪਰਾਲੀ ਨੂੰ ਵਾਹੁਣ ਦੇ ਵਿੱਚ ਵੀ ਇਹਦੇ ਵਿੱਚ ਨਾ ਇੱਕ ਸੌਲਟਸ ਇਹੋ ਜਿਹੇ ਪੈਦਾ ਹੁੰਦੇ ਨੇ ਜਿਹਦੇ ਨਾਲ ਲੈਂਡ ਆਪਣੀ ਫਰਟੀਲਿਟੀ ਘਟਦੀ ਹੈ। ਇਹਦੇ ਤੇ ਵੀ ਇਹਨਾਂ ਨੇ ਪ੍ਰੋਪਰ ਟੈਸਟ ਨਹੀਂ ਕਰੇ। ਹਰੇਕ ਵਾਰ ਇੱਕ ਚੀਜ਼ ਸਾਡੇ ਸਿਰ ਤੇ ਥੋਪ ਕੇ ਬਾਅਦ 'ਚ ਸਟੱਡੀ ਕਰਦੇ ਨੇ, ਬਾਅਦ 'ਚ ਕਹਿ ਦਿੰਦੇ ਨੇ ਇਹ ਤਾਂ ਠੀਕ ਨਹੀਂ। ਤੁਸੀਂ ਜਿਵੇਂ ਕਾਦੀਆਂ ਸਾਹਿਬ ਵੀ ਗੱਲ ਕਰਕੇ ਗਏ ਨੇ, ਕਦੀ ਤਾਂ ਇਹ ਕਹਿ ਦਿੰਦੇ ਨੇ ਵੀ ਇਹਨੂੰ ਕੱਟ ਕੇ ਅੱਗ ਲਾਓ, ਫਿਰ ਕਹਿੰਦੇ ਰੋਟਾਵੇਟਰ ਨਾਲ ਬਾਹੋ। ਹੁਣ ਸੁਪਰ ਸੀਡਰ ਲੈ ਆਉਂਦਾ, ਕੱਲ ਨੂੰ ਕਹਿ ਦੇਣਗੇ ਇਹ ਵੀ ਨਹੀਂ ਠੀਕ, ਇਹ ਵੀ ਲੈਂਡ ਨੂੰ ਅਨਫਰਟਾਈਲ ਬਣਾਉਂਦੀ ਹੈ, ਹੁਣ ਨਵੀਂ ਚੀਜ਼ ਲਿਆਓ। ਇਹ ਤਾਂ ਸਿਰਫ ਤੇ ਸਿਰਫ ਜਿਹੜੀ ਗੱਲ ਮੈਂ ਦੱਸੀ ਹੈ ਬੇਸਿਕ ਇਹਨਾਂ ਦੇ ਸਰਕਾਰਾਂ ਦਾ ਜਿਹੜੀ ਨੀਤੀ ਹੈ, ਇਹ ਰੂਰਲ ਸੈਟਿੰਗਸ 'ਚੋਂ ਚੱਕ ਕੇ ਤੁਹਾਨੂੰ ਅਬਾਨੀ ਅਡਾਨੀ ਦੇ ਨੌਕਰ ਬਣਾਉਣ ਦੀ ਹੈ।
ਆਪਾਂ ਉਰੇ ਰੇੜੀ ਲਾਉਣੀ ਤਾਂ ਪਸੰਦ ਨਹੀਂ ਕਰਦੇ, ਆਪਣੀ ਸਬਜ਼ੀ ਰੇੜੀ ਤੇ ਰੱਖ ਕੇ ਵੇਚਣੀ ਨਹੀਂ ਪਸੰਦ ਕਰਦੇ, ਉਹਨੂੰ ਆਪਾਂ ਨਫ਼ਰਤ ਕਰਨ ਲੱਗ ਗਏ। ਆਪਣੇ ਦਿਲਾਂ 'ਚ ਇੰਨਾ ਹੰਕਾਰ ਭਰਤਾ, ਆਪਾਂ ਨੂੰ ਕਿਰਤ ਦਾ, ਬਾਬੇ ਨਾਨਕ ਦਾ ਉਹ ਫਿਲਾਸਫੀ, ਉਹਦੇ ਤੋਂ ਇੰਨੇ ਦੂਰ ਹਟ ਗਏ। ਇਹ ਚੀਜ਼ਾਂ ਬਾਰੇ ਸੋਚਣ ਦੀ ਲੋੜ ਹੈ। ਹੁਣ ਤੁਸੀਂ ਮੇਰੇ ਫਾਰਮ ਤੇ ਚੱਲਿਓ ਤੇ ਦੇਖਿਓ, ਸੈਲਫ ਸਟੇਨਿੰਗ ਫਾਰਮ ਦੀ ਐਗਜ਼ਾਮਪਲ ਹੈ, ਵੈਲਿਊ ਇਨਹੈਂਸ ਕਰਨ ਦੀ ਐਗਜ਼ਾਮਪਲ ਹੈ। ਜਦ ਮੈਂ ਇੱਕ ਛੋਟੇ ਲੈਵਲ ਤੇ ਕਰ ਸਕਦਾ, ਸਰਕਾਰਾਂ ਕਿਉਂ ਨਹੀਂ ਕਰ ਸਕਦੀਆਂ? ਟੂਰਿਜ਼ਮ ਪਿੱਛੇ ਮੈਂ ਉੱਪਰ ਤੱਕ ਫਾਈਲਾਂ ਪਹੁੰਚਾ ਚੁੱਕਿਆ, ਇਕੋ ਟੂਰਿਜ਼ਮ ਤੇ ਸਾਰੀ ਦੁਨੀਆ 'ਚ ਕੰਮ ਹੋ ਰਿਹਾ। ਇੱਥੇ ਪੰਜਾਬ ਦੇ ਵਿੱਚ ਸਾਰਿਆਂ ਤੋਂ ਵੱਧ ਲੋਕ ਆਉਂਦੇ ਨੇ ਨਕਮਸਤਕ ਹੋਣ ਹਰਿਮੰਦਰ ਸਾਹਿਬ। ਉਹਨਾਂ ਨੂੰ ਆਪਾਂ ਉਰੇ ਪੰਜਾਬ 'ਚ ਨਹੀਂ ਸਾਂਭ ਸਕਦੇ, ਰਾਜਸਥਾਨ ਜਾਂਦੇ ਨੇ। ਤੁਸੀਂ ਉਹਨਾਂ ਨੂੰ ਉਰੇ ਸਾਂਭੋ ਤਾਂ ਕਿ ਬਾਹਰਲੀ ਕਰੰਸੀ ਸਾਡੇ ਕੋਲ ਆਵੇ। ਜਿਵੇਂ ਆਪਣਾ ਹਰਮੀਤ ਕਾਦੀਆਂ ਜੀ ਨੇ ਕਿਹਾ ਸੀ, ਕਾਰਗੋ ਹੋਵੇ ਉਰੇ ਦੀਆਂ ਸਬਜ਼ੀਆਂ ਆਪਾਂ ਗਰਮੀ ਦੇ ਵਿੱਚ ਅਰਬੀ ਮੁਲਕਾਂ 'ਚ ਤੇ ਸਰਦੀ ਦੇ ਵਿੱਚ ਜਿੰਨੀਆਂ ਜਿੱਥੇ ਸਨੋਫਾਲ ਹੁੰਦੀ ਆ ਉਹ ਮੁਲਕਾਂ ਦੇ ਵਿੱਚ ਆਪਾਂ ਸਿੱਧੀ ਪਹੁੰਚਾ ਸਕੀਏ। ਡਿਵਰਸੀਫਿਕੇਸ਼ਨ ਤਾਂ ਧਰਿਆ ਪਿਆ ਇੱਕ ਕਾਰਗੋ 에ਅਰਪੋਰਟ ਬਣਾਉਣ ਨਾਲੇ, ਪਰ ਸਰਕਾਰਾਂ ਕੋਈ ਕਰਨਾ ਨਹੀਂ ਚਾਹੁੰਦੀਆਂ। ਉਹਨਾਂ ਦਾ ਦਿਸ਼ੇ ਉਹੀ ਹੈ, ਮੁੜ ਜਿਵੇਂ ਉਹੀ ਗੱਲ ਕਹਿਣੀ ਪਊਗੀ ਵੀ ਇਹਨਾਂ ਨੇ ਨੌਕਰਬਾਨੀ ਡਾਨੀ ਤੇ ਬਣਾਉਣਾ। ਜਿਹੜੇ ਤੁਹਾਡੀ ਸਰਦਾਰੀਆਂ ਗੁਰੂ ਗੋਬਿੰਦ ਸਿੰਘ ਜੀ ਬਖਸ਼ ਕੇ ਗਏ ਨੇ, ਜ਼ਮੀਨਾਂ ਦੇ ਤੁਹਾਨੂੰ ਮਾਲਕ ਰਾਜੇ ਬਣਾ ਕੇ ਗਏ ਨੇ, ਆ ਸਿਰ ਤੇ ਤਾਜ ਧਰ ਕੇ ਗਏ ਨੇ, ਇਹਨੂੰ ਪੈਰਾਂ 'ਚ ਰੋਲਣਾ ਚਾਹੁੰਦੇ ਨੇ। ਤੁਸੀਂ ਆਪਣੀ ਹੋਂਦ ਨੂੰ, ਆਪਣੇ ਆਪ ਨੂੰ ਸੰਭਾਲੋ। ਜੀ ਜੀ, ਧੰਨਵਾਦ ਜੀ। ਹਾਂਜੀ, ਇਹ ਸਨ ਹਰਮੀਤ ਅਵਜਿੰਦਰ ਸਿੰਘ ਜੋਗੀ ਜੀ, ਕਿਸਾਨ ਯੂਨੀਅਨ ਕਾਦੀਆਂ ਦੇ ਜ਼ਿਲ੍ਹਾ ਪ੍ਰਧਾਨ ਨੇ। ਸੋ ਹਰਮੀਤ ਸਿੰਘ ਕਾਦੀਆਂ ਜੀ ਵੀ ਗੱਲ ਕਰਕੇ ਗਏ ਨੇ। ਇਹਨਾਂ ਦਾ ਕਹਿਣਾ ਹੈ ਕਿ ਪਰਾਲੀ ਨੂੰ ਅੱਗ ਲਾਉਣਾ ਸਾਡੀ ਮਜਬੂਰੀ ਆ, ਸਰਕਾਰਾਂ ਹੱਲ ਦੇਣ। ਅਸੀਂ ਵੀ ਨਹੀਂ ਚਾਹੁੰਦੇ ਕਿ ਅਸੀਂ ਅੱਗ ਲਾਈਏ, ਪਰ ਸਰਕਾਰਾਂ ਨੇ ਜਿਹੜੀਆਂ ਉਹ ਬਿਆਨ ਇਹ ਕਰਦੀਆਂ ਨੇ, ਸੋਸ਼ਲ ਮੀਡੀਆ ਤੇ ਅਫਵਾਹਾਂ ਹੀ ਫੈਲਾਉਂਦੀਆਂ ਨੇ ਕਿ ਅਸੀਂ ਹੱਲ ਕਰ ਰਹੇ ਹਾਂ, ਹੱਲ ਪ੍ਰੋਪਰ ਕੋਈ ਦਿੱਤਾ ਨਹੀਂ ਜਾਂਦਾ। ਸੋ ਇਹਨਾਂ ਦਾ ਕਹਿਣਾ ਹੈ ਕਿ ਆਉਣ ਵਾਲੇ ਟਾਈਮ 'ਚ ਪਤਾ ਲੱਗ ਜਾਣਾ ਹੈ ਕਿ ਕੀ ਹੱਲ ਹੁੰਦਾ ਹੈ। ਪਰਾਲੀ ਨੂੰ ਅੱਗ ਲਾਉਣਾ ਕਿਸਾਨ ਦੀ ਮਜਬੂਰੀ ਆ। ਜਦੋਂ ਤੱਕ ਕੋਈ ਪੱਕਾ ਹੱਲ ਨਹੀਂ ਦਿੱਤਾ ਜਾਂਦਾ ਤਾਂ ਪਰਾਲੀ ਖੇਤਾਂ 'ਚੋਂ ਚੱਕੀ ਨਹੀਂ ਜਾਂਦੀ, ਉਹਨਾਂ ਟਾਈਮ ਕਿਸਾਨ ਉਸ ਦਾ ਕੁਝ ਨਹੀਂ ਕਰ ਸਕਦਾ। ਅੱਗ ਲਾਉਣੀ ਮਜਬੂਰੀ ਆ। ਫਿਲਹਾਲ ਸਾਨੂੰ ਦਿਓ ਇਜਾਜ਼ਤ। ਧੰਨਵਾਦ।